अच्छा, चलो ठीक है, ठीक है। चलो हाँ जी, कमल इंट्रोड्यूस करो, दसो की चाहते हो, की बोला, किस ते बोला। ਗੱਲ ਇਸ ਤਰ੍ਹਾਂ ਸੀ ਕਿ ਵੀ ਵਰ ਡਿਸਕਸਿੰਗ ਅਬਾਊਟ ਗੁਰੂ ਰਾਮਦਾਸ ਜੀ ਦੇ ਬਾਰੇ ਅਸੀਂ ਕਰ ਰਹੇ ਹਾਂ ਸੀਕੁਐਂਸ ਵਾਈਜ਼, ਤੇ ਮੈਂ ਕਿਹਾ ਯੂ ਵਿਲ ਬੀ ਹੈਲਪਿੰਗ ਅਸ। ਤੁਸੀਂ ਨਾ ਸਾਨੂੰ ਸਿਰਫ ਅੱਜ ਫੋਕਸ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਉੱਪਰ ਰੱਖ ਕੇ ਮਤਲਬ ਕਿ ਸਾਨੂੰ ਦੱਸੋ ਦਰਬਾਰ ਸਾਹਿਬ ਦੀ ਕਾਈਂਡ ਆਫ, ਤੁਸੀਂ ਤੇ ਇੰਨਾ ਲਿਖਿਆ ਉਹਦੇ ਬਾਰੇ, ਯੂ نو ਲਾਈਕ ਆਤਮ ਕਥਾ ਆਫ ਦਰਬਾਰ ਸਾਹਿਬ ਹਰਮੰਦਰ ਦੀ, ਤੇ ਮੈਂ ਕਿਹਾ ਕੁਝ ਚੌੜੀਆਂ ਚੀਜ਼ਾਂ ਜੋ ਕੁਝ ਲੋਕਾਂ ਨੂੰ ਪਤਾ ਹੈ, ਕਾਫੀ ਕੁਝ ਨਹੀਂ ਪਤਾ ਹੈਗਾ, ਤੇ ਮੈਂ ਚਾਹੁੰਦਾ ਸੀ ਕਿ ਤੁਸੀਂ ਉਹਨਾਂ ਤੇ ਰੋਸ਼ਨੀ ਪਾਓ ਤੇ ਸਾਨੂੰ ਵੀ ਥੋੜਾ ਸਮਝਾਓ। ਵਾਹਿਗੁਰੂ ਕਰੇ ਅਸੀਂ ਸਮਝ ਪਾਈਏ, ਬਹੁਤ ਇੰਪੋਰਟੈਂਟ। चलो ठीक है जी, कोशिश करांगा, कोशिश करदा मैं। देखो कि जेड़ा सचखंड श्री हरमंदर साहब बारे अगर गल करनी होए ਤਾਂ ਇੱਕ ਧੁਰਾ ਹੈ, ਕੇਂਦਰ ਹੈ, ਇੱਕ ਸਾਡਾ ਜਿੱਥੋਂ ਸਾਰਾ ਕੁਝ ਸਾਨੂੰ ਪ੍ਰਾਪਤ ਹੁੰਦਾ ਹੈ, ਹਰ ਚੀਜ਼ ਉੱਥੋਂ ਮਿਲਦੀ ਹੈ। ਹੁਣ ਮੁਸ਼ਕਲ ਇਹ ਹੋ ਜਾਂਦੀ ਕਿ ਅਸੀਂ ਕਿਹੜੇ ਪਾਸਿਓਂ, ਕਿਹੜਾ ਪੱਖ ਉਹਦਾ ਪੂਰਾ ਕਿਹੜੇ ਪਾਸਿਓਂ ਸ਼ੁਰੂ ਕਰੀਏ, ਕਿਉਂਕਿ ਜਿਸ ਦੇ ਬਾਰੇ ਗੁਰੂ ਸਾਹਿਬ ਨੇ ਖੁਦ ਹੀ ਕਹਿ ਦਿੱਤਾ, ਡਿੱਠੇ ਸਭੇ ਥਾਉ ਨਹੀਂ ਤੁਧ ਜਿਹਾ, ਤੇ ਉਹਦੀ ਉਸਤਤ ਵਿੱਚ ਜਾਂ ਉਹਦੀ ਕਰਨ ਲੱਗਿਆ ਸੈਂਕੜੇ ਜਿਹੜੇ ਵਿਦਵਾਨ ਹੋਏ, ਉਹਨਾਂ ਨੇ ਬੜਾ ਕੁਝ ਲਿਖਿਆ, ਬੜੀਆਂ ਪੁਸਤਕਾਂ ਲਿਖੀਆਂ ਗਈਆਂ, ਸਭ ਕੁਝ ਕੀਤੀਆਂ ਗਈਆਂ, ਪਰ ਇੱਕ ਪੰਛੀ ਝਾਤ ਦੀ ਤਰ੍ਹਾਂ ਇੱਕ ਆਮ ਸਧਾਰਨ ਜਿਵੇਂ ਦੇਖਿਆ ਜਾਏ ਤਾਂ ਉਹਦੇ ਤੇ ਕੋਸ਼ਿਸ਼ ਕੀਤੀ ਜਾਏ ਕਿ ਇਹ ਕੀ ਚੀਜ਼ ਹੈ, ਹਰਮੰਦਰ ਸਾਹਿਬ ਦੇ ਵਿੱਚ ਕਿਹੜੀ ਵਿਸ਼ੇਸ਼ਤਾ ਹੈ, ਕੀ ਖਾਸੀਅਤ ਹੈ ਕਿ ਇਸ ਦਾ ਜ਼ਿਕਰ ਜਿਹੜਾ ਹੈ ਬਾਰ-ਬਾਰ ਹੁੰਦਾ ਰਿਹਾ। ਮੈਨੂੰ ਲੱਗਦਾ ਹੈ ਕਿ ਸਭ ਤੋਂ ਪਹਿਲੇ ਤੇ 3 ਲਫ਼ਜ਼ ਸਾਨੂੰ ਸਮਝਣੇ ਪੈਣੇ ਹੈ ਕਿ ਜਦੋਂ ਗੱਲ ਆਂਦੀ ਹੈ ਤੇ ਅਰਦਾਸ ਦੇ ਵਿੱਚ ਵੀ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਹੈ। ਹੁਣ ਅੰਮ੍ਰਿਤਸਰ ਜਿਹੜਾ ਸ਼ਹਿਰ ਵੀ ਹੈ, ਦਰਬਾਰ ਸਾਹਿਬ ਵੀ ਹੈ, ਪੂਰਾ ਕੰਪਲੈਕਸ ਵੀ ਹੈ, ਸੋ ਸਰੋਵਰ ਵੀ ਹੈ। ਸੋ ਇੱਕ ਤਾਂ ਲਫ਼ਜ਼ ਜਿਹੜਾ ਬਰਾਡਰ ਪੰਥ ਨੇ ਵਰਤਿਆ ਉਹ ਸੀਗਾ ਸ੍ਰੀ ਅੰਮ੍ਰਿਤਸਰ, ਜਿਹੜਾ ਕਿ ਗੁਰੂ ਸਾਹਿਬ ਨੇ ਖੁਦ ਵਸਾਇਆ। ਮਗਰ ਇਸ ਦੇ ਵਿੱਚ ਫਿਰ ਇੱਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੈ। ਹੁਣ ਹਰਮੰਦਰ ਸਾਹਿਬ ਜਿਹੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇੱਕ ਪੂਰਾ ਕੰਪਲੈਕਸ ਹੈ, ਇਹ ਕੇਵਲ ਇੱਕ ਇਮਾਰਤ ਨਹੀਂ ਹੈ, ਇਹਦੇ ਵਿੱਚ ਕਈ ਇਮਾਰਤਾਂ ਹੈ, ਸਰੋਵਰ ਹੈ, ਅਕਾਲ ਤਖਤ ਸਾਹਿਬ ਹੈ, ਬੁੰਗੇ ਹੈ, ਇਹਦੇ ਵਿੱਚ ਦਰਬਾਰ ਸਾਹਿਬ ਹੈ। ਸੋ ਇਹਦਾ ਮਤਲਬ ਸ੍ਰੀ ਹਰਮੰਦਰ ਸਾਹਿਬ ਜਿਹੜਾ ਇੱਕ ਕੰਪਲੈਕਸ ਹੈ, ਉਸ ਕੰਪਲੈਕਸ ਵਿੱਚ ਮੁੱਖ ਤੌਰ ਤੇ 2 ਇਮਾਰਤਾਂ ਹੈਗੀਆਂ, ਇੱਕ ਦਰਬਾਰ ਸਾਹਿਬ ਹੈ ਔਰ ਇੱਕ ਜਿਹੜੀ ਹੈ ਅਕਾਲ ਤਖਤ ਸਾਹਿਬ ਹੈ। ਇਹ ਮੁੱਢਲੇ ਤੌਰ ਦੇ ਉੱਤੇ ਹੋਇਆ। ਹੁਣ ਇਹ ਵੱਖ-ਵੱਖ ਕਿਉਂ ਹੈ? ਤੋ ਜਿਹੜਾ ਹਰਮੰਦਰ ਸਾਹਿਬ ਜਿਹਨੂੰ ਅਸੀਂ ਕਹਿੰਦੇ ਆ, ਜਿਹਦੇ ਰੋਜ਼ ਅਰਦਾਸ ਕਰਦੇ ਆ, ਉਹਦੇ ਇਸ਼ਨਾਨ ਦੀ ਜਿਹੜੀ ਮਰਿਆਦਾ ਦੇ ਵਿੱਚ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਹੈ, ਦਰਸ਼ਨ ਨਹੀਂ ਲਫ਼ਜ਼ ਹੈਗਾ, ਦਰਸ਼ਨ ਲਫ਼ਜ਼ ਨਹੀਂ ਹੈ, ਉਹ ਅਸੀਂ ਜੋੜ ਲਿਆ ਜਾਂ ਵਿੱਚ ਬੋਲ ਦਿੱਤਾ ਜਾਂਦਾ ਹੈ, ਪਰ ਇਹਦੇ ਇਸ਼ਨਾਨ ਦੀ ਜਿਹੜੀ ਸੀਗੀ ਉਹ ਮਹੱਤਤਾ ਸੀਗੀ। ਉਹ ਜਿੱਥੋਂ ਦੁਖਭੰਜਨੀ ਬੇਰੀ ਦਾ ਉਹ ਪੁਰਾਣਕ ਕਥਾ, ਪੁਰਾਤਨ ਜਿਹੜੀ ਕਥਾ ਸੀਗੀ ਬੀਬੀ ਰਜਨੀ ਵਾਲੀ, ਉਸ ਤੋਂ ਇਹਦਾ ਆਰੰਭ ਹੁੰਦਾ ਹੈ ਔਰ ਉਸ ਦੇ ਉੱਤੇ ਹੀ ਇੱਕ ਸਰੋਵਰ ਨੂੰ ਪੱਕਿਆਂ ਕੀਤਾ ਜਾਂਦਾ ਹੈ, ਫਿਰ ਉਹਦੇ ਤੇ ਇਮਾਰਤ ਬਣਦੀ ਹੈ। ਤੋ ਇਹ ਇੱਕ ਬੜੀ ਲੰਬੀ ਸਾਰੀ ਗਾਥਾ ਹੈਗੀ ਹੈ, ਪਰ ਬਹੁਤ ਹੀ ਸੰਖੇਪ ਦੇ ਵਿੱਚ ਅਗਰ ਇਸ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਹ ਸਰੋਵਰ ਜਿਹੜਾ ਸੀਗਾ ਇਹਦੇ ਦੁਆਲੇ ਸ਼ਹਿਰ ਵਸਿਆ, ਸਰੋਵਰ ਦੇ ਵਿਚਕਾਰ ਹੀ ਦਰਬਾਰ ਸਾਹਿਬ ਬਣਾਇਆ ਗਿਆ, ਸਰੋਵਰ ਦੇ ਸਾਹਮਣੇ ਹੀ ਅਕਾਲ ਤਖਤ ਸਾਹਿਬ ਹੋਇਆ। ਇਹਦਾ ਮਤਲਬ ਜਿਹੜੀ ਮੇਨ ਸੀਗੀ, ਜਿਹੜੀ ਮੁੱਖ ਸੀਗੀ, ਉਹ ਸਰੋਵਰ ਸੀਗਾ। ਹੁਣ ਸਰੋਵਰ ਦੀ ਇਤਨੀ ਮਹਾਨਤਾ ਕਿਉਂ ਹੈ? ਸਰੋਵਰ ਤਾਂ ਬਹੁਤ ਹੈਗੇ ਆ, ਬਹੁਤ ਜਗ੍ਹਾ ਹੈਗੇ ਆ, ਨਦੀਆਂ ਹੈ, ਤਲਾਬ ਹੈਗੇ ਆ, ਕਈ ਜਗ੍ਹਾ ਹੈਗੀਆਂ, ਪਰ ਇਸ ਸਰੋਵਰ ਦੇ ਵਿੱਚ ਐਸੀ ਕਿਹੜੀ ਗੱਲ ਸੀਗੀ ਜਿਹਦੇ ਤੇ ਇਤਨਾ ਕੁਝ ਕੀਤਾ ਗਿਆ? ਜੇ ਹਰੀਰਾਮ ਗੁਪਤਾ ਦੀ ਹਿਸਟਰੀ ਆਫ ਦ ਸਿੱਖਸ ਵਿੱਚ ਉਹਨੇ ਇੱਕ ਬੜਾ ਇੰਟਰਸਟਿੰਗ ਇੱਕ ਘਟਨਾ ਦਾ ਜ਼ਿਕਰ ਕੀਤਾ ਹੈ
ਉਹ ਕਹਿੰਦਾ ਹੈ ਕਿ ਜ਼ਕਰੀਆ ਖਾਨ ਉਹ ਆਪਣਾ ਦਰਬਾਰ ਲਗਾ ਕੇ ਬੈਠਾ ਸੀ ਤੇ ਉੱਥੇ ਭੰਡ ਸੀਗੇ, ਕੋਈ ਮਰਾਸੀ ਸੀਗੇ। ਉਹਨਾਂ ਨੂੰ ਸ਼ੌਕ ਹੁੰਦਾ ਹੈ ਭੰਡਾਂ ਦੇ ਕੋਲੋਂ ਕੋਈ ਗੱਲ ਸੁਣਨੀ ਆ, ਪਰ ਉਹ ਭੰਡ ਜਿਹੜੇ ਆ ਚਾਰੇ ਪਾਸੇ ਘੁੰਮਦੇ ਸੀ ਤੇ ਉਹ ਨਾਲ ਨਾਲ ਕੋਈ ਨਾ ਕੋਈ ਪੋਲੀਟੀਕਲ ਸਟੇਟਮੈਂਟ ਵੀ ਦੇ ਜਾਂਦੇ ਸੀਗੇ। ਇਹ ਭੰਡਾਂ ਦਾ ਕੰਮ ਵੀ ਹੁੰਦਾ ਸੀਗਾ। ਸੋ ਉਹ ਭੰਡ ਕਹਿ ਰਿਹਾ ਸੀ, ਇੱਕ ਭੰਡ ਦੂਜੇ ਨੂੰ ਕਹਿਣ ਲੱਗਾ, ਕਹਿੰਦਾ ਯਾਰ ਕਮਾਲ ਹੈਗੀ ਹੈ, ਇਤਨੀ ਸਖਤ ਗਰਮੀ ਹੁੰਦੀ ਹੈ, ਇਤਨਾ ਸਖਤ ਹੁੰਦਾ ਹੈ, ਸੋਕਾ ਪਿਆ ਹੁੰਦਾ ਹੈ, ਜ਼ਮੀਨ ਸੁੱਕੀ ਹੁੰਦੀ ਹੈ ਤੇ ਅਚਾਨਕ ਹੀ ਬਾਰਿਸ਼ ਪੈਂਦੀ ਹੈ ਤੇ ਇਹ ਇਤਨੇ ਡੱਡੂ ਤੇ ਹੋਰ ਜਿਹੜੀਆਂ ਕੀੜੇ ਮਕੌੜੇ ਤੇ ਹੋਰ ਜਿਹੜੇ ਹੈ ਉਹ ਉੱਡਣ ਵਾਲੇ, ਇਹ ਸਾਰੇ ਇਹ ਕਿੱਥੋਂ ਇੱਕਦਮ ਪ੍ਰਗਟ ਹੋ ਜਾਂਦੇ, ਇਹ ਕਿੱਥੇ ਛੁਪੇ ਹੁੰਦੇ ਆ, ਇਹ ਨਹੀਂ ਸਮਝ ਆਉਂਦੀ। ਉਹ ਕਹਿਣ ਲੱਗਾ, ਦੂਜਾ ਕਹਿੰਦਾ ਤੈਨੂੰ ਨਹੀਂ ਪਤਾ ਕਿ ਜਦੋਂ ਪਾਣੀ, ਜਦੋਂ ਧਰਤੀ ਗਰਮੀ ਔਰ ਜਦੋਂ ਇਹ ਪਾਣੀ ਮਿਲ ਜਾਂਦਾ ਹੈ ਫਿਰ ਇਹਦੇ ਵਿੱਚੋਂ ਇਹ ਪ੍ਰਗਟ ਹੋ ਜਾਂਦੇ ਆ, ਡੱਡੂ ਵੀ ਆ ਜਾਂਦੇ ਆ, ਕੀੜੇ ਮਕੌੜੇ ਵੀ ਆ ਜਾਂਦੇ ਆ, ਪਤੰਗੇ ਵੀ ਆ ਜਾਂਦੇ ਆ। ਉਹ ਦੂਜਾ ਕਹਿਣ ਲੱਗਾ ਇਹ ਤੇ ਮੈਨੂੰ ਸਮਝ ਆ ਗਈ, ਪਰ ਤੂੰ ਮੈਨੂੰ ਇਹ ਦੱਸ ਕਿ ਇਹ ਤਾਂ ਕੀੜੇ ਮਕੌੜੇ ਤੇ ਡੱਡੂ ਆ ਜਾਂਦੇ ਆ, ਪਰ ਜਦੋਂ ਰੋਜ਼ ਅਸੀਂ ਕਤਲੇਆਮ ਕਰ ਦਿੰਨੇ ਆ, ਸਿੱਖਾਂ ਦਾ ਕਤਲੇਆਮ ਹੋ ਜਾਂਦਾ ਹੈ, ਇਹ ਫਿਰ ਅਚਾਨਕ ਕਿੱਥੋਂ ਪ੍ਰਗਟ ਹੋ ਜਾਂਦੇ, ਇਹ ਕਿੱਥੋਂ ਪ੍ਰਗਟ ਹੋ ਜਾਂਦੇ? ਸੁੱਕੀ ਜ਼ਮੀਨ ਹੈ, ਜੰਗਲ ਹੈ, ਇਹਦੇ ਵਿੱਚ ਕਿੱਥੋਂ ਪ੍ਰਗਟ ਹੋ ਜਾਂਦੇ? ਉਹ ਦੂਜਾ ਕਹਿੰਦਾ ਤੈਨੂੰ ਪਤਾ ਨਹੀਂ ਲੱਗਾ, ਕਹਿੰਦਾ ਇਹਨਾਂ ਦੇ ਕੋਲ ਇੱਕ ਸਰੋਵਰ ਹੈਗਾ, ਉਸ ਸਰੋਵਰ ਦੇ ਪਾਣੀ ਨਾਲ ਜਦੋਂ ਇਹ ਰਲਦੇ ਆ ਫਿਰ ਇਹ ਪੈਦਾ ਹੋ ਜਾਂਦੇ ਆ ਜਿਹੜੇ ਸਾਨੂੰ ਸਾਰਿਆਂ ਨੂੰ ਦੁਖੀ ਕਰਦੇ ਆ। ਜ਼ਕਰੀਆ ਖਾਨ ਕਹਿਣ ਲੱਗਾ ਕਿ ਮੈਨੂੰ ਸਮਝ ਆ ਗਿਆ ਤੁਹਾਡਾ ਸੁਨੇਹਾ ਕੀ ਹੈਗਾ। ਇਹ ਸਰੋਵਰ ਹੈ ਜਿਹੜਾ ਇਹਨਾਂ ਨੂੰ ਤਾਕਤ ਦਿੰਦਾ ਹੈ ਔਰ ਇਹਨਾਂ ਨੂੰ ਸ਼ਕਤੀ ਦਿੰਦਾ ਹੈ ਔਰ ਇਹਨਾਂ ਨੂੰ ਜਨਮ ਦਿੰਦਾ ਹੈ। ਸੋ ਉਸਨੇ ਫਿਰ ਉਸ ਵੇਲੇ ਮੱਸਾ ਰੰਗੜ ਨੂੰ ਭੇਜਿਆ। ਮੱਸਾ ਰੰਗੜ ਨੇ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਉਸਨੇ ਆਪਣਾ ਮੰਜਾ ਡਾਇਆ, ਔਰ ਜਿਹਦੇ ਬਾਰੇ ਤੇਜਾ ਸਿੰਘ ਸਾਬਰ ਨੇ ਕਿਹਾ ਸੀ, ਹਰ ਮੰਦਰ ਵਿੱਚ ਡਾਇਆ ਮੰਜਾ, ਡਰ ਪੋ ਮੇਰਾ ਲੱਥਾ ਉੱਕਾ, ਤੇਗ ਮੇਰੀ ਤੋਂ ਡਰਦੇ ਮਾਰੇ, ਜਾਂ ਝਲਾਂ ਵਿੱਚ ਸਿੰਘ ਹੈ ਲੁੱਕਾ, ਜਾਮ ਪਿਆ ਹੁਣ ਨੱਚ ਨਚਾਰੀਏ, ਹਰਦੇ ਘਰ ਮੇਰਾ ਗੁੜ ਕੇ ਹੁੱਕਾ, ਝੂਮ ਝੂਮ ਆਖ ਰਿਹਾ ਸੀ ਮੱਸਾ ਰੰਗੜ ਮੱਧ ਵਿੱਚ ਚੂਰ, ਉਹ ਝਟਕਾਇਆ ਸਿੰਘਾਂ ਆ ਕੇ ਹੱਕੀ ਬੱਕੀ ਰਹਿ ਗਈ ਪੂਰ। ਸੋ ਇਹ ਜਿਹੜਾ ਸਰੋਵਰ ਸੀ ਇਹ ਤਾਕਤ ਦਾ ਸੋਮਾ ਸੀ। ਜਦੋਂ ਦਾ ਇਹ ਸਰੋਵਰ ਬਣਿਆ, ਜਦੋਂ ਦੇ ਇਹਦੇ ਵਿੱਚ ਸਿੱਖ ਆਣੇ ਸ਼ੁਰੂ ਹੋਏ, ਉਸ ਦਿਨ ਤੋਂ ਇਸ ਇਮਾਰਤ ਨੂੰ, ਦਰਬਾਰ ਸਾਹਿਬ ਦੀ ਇਮਾਰਤ ਨੂੰ, ਹਰਮੰਦਰ ਸਾਹਿਬ ਨੂੰ ਖਤਰਾ ਸ਼ੁਰੂ ਹੋ ਗਿਆ। ਹਰਮੰਦਰ ਸਾਹਿਬ ਨੂੰ ਖਤਰੇ ਦਾ ਕਾਰਨ ਹੈ ਕਿ ਸਿੱਖ ਉੱਥੇ ਜਾਂਦੇ ਆ, ਪਰ ਸਿੱਖ ਵੀ ਉਹਨਾਂ ਦੀ ਜੀਵਨ ਦੀ ਜਿਹੜੀ ਸਰੋਤ ਹੈ ਉਹ ਇਸ ਸਰੋਵਰ ਹੈ, ਉਹ ਹਰਮੰਦਰ ਸਾਹਿਬ ਹੈ। ਜੇ ਸਿੱਖ ਨਹੀਂ ਜਾਣਗੇ ਹਰਮੰਦਰ ਸਾਹਿਬ ਨੂੰ ਖਤਰਾ ਖਤਮ ਹੋ ਜਾਏਗਾ, ਪਰ ਜੇ ਸਿੱਖ ਜਾਣੇ ਬੰਦ ਹੋ ਜਾਣਗੇ ਫਿਰ ਸਿੱਖ ਖਤਮ ਹੋ ਜਾਣਗੇ। ਇਹ ਸ਼ੁਰੂ ਤੋਂ ਹੀ ਰਿਹਾ, ਇੱਕ ਰੇਸ ਰਹੀ ਹੈ ਹਕੂਮਤ ਵੱਲੋਂ ਹੈਗਾ ਕਿ ਇਸ ਹਰਮੰਦਰ ਸਾਹਿਬ ਤੋਂ ਸਿੱਖਾਂ ਨੂੰ ਕਿੱਦਾਂ ਤੋੜਿਆ ਜਾਏ। ਉਹ ਹਕੂਮਤ ਭਾਵੇਂ ਮੁਗਲਾਂ ਦੀ ਹੈ, ਦੁਰਾਨੀਆਂ ਦੀ ਹੈ, ਅਫਗਾਨੀਆਂ ਦੀ ਹੈ, ਰੰਗੜਾਂ ਦੀ ਹੈ, ਕਾਂਗਰਸ ਦੀ ਹੈ, ਅਕਾਲੀਆਂ ਦੀ ਹੈ ਜਾਂ ਕਿਸੇ ਹੋਰ ਦੀ ਹੈਗੀ ਹੈ, ਉਹ ਇਸ ਚੀਜ਼ ਨੂੰ ਨਹੀਂ ਟੋਲਰੇਟ ਕਰਦੇ ਹੈਗੇ ਕਿ ਇੱਥੇ ਕਿਸੇ ਕਿਸਮ ਦਾ ਕੋਈ ਉਹਨਾਂ ਨੂੰ ਇਹ ਸਰੋਤ ਮਿਲੇ। ਹਮੇਸ਼ਾ ਰੁਕਾਵਟਾਂ ਪਾਈਆਂ ਜਾਂਦੀਆਂ ਔਰ ਕਈ ਢੰਗ ਨਾਲ ਪਾਈਆਂ ਜਾਂਦੀਆਂ, ਢੰਗ ਬਦਲੀ ਹੋਣਗੇ, ਤਰੀਕੇ ਬਦਲੀ ਹੋਣਗੇ, ਉਸ ਚੀਜ਼ ਨੂੰ ਸਮਝਣ ਦੀ ਲੋੜ ਹੈਗੀ ਹੈ। ਖੈਰ ਇਹ ਬੜੀ ਵੱਡੀ ਇੱਕ ਪੋਲੀਟੀਕਲ ਸਟੇਟਮੈਂਟ ਹੈ। ਮੈਂ ਥੋੜਾ ਜਿਹਾ ਹਰਮੰਦਰ ਸਾਹਿਬ ਦੀ ਜਿਹੜੀ ਦਰਬਾਰ ਸਾਹਿਬ ਹੈ, ਜਿਵੇਂ ਜ਼ਿਕਰ ਕੀਤਾ ਹੈ, ਹਰਮੰਦਰ ਸਾਹਿਬ ਕੰਪਲੈਕਸ ਵਿੱਚ ਦੋ ਮੁੱਖ ਇਮਾਰਤਾਂ, ਇੱਕ ਦਰਬਾਰ ਸਾਹਿਬ ਹੈ, ਇੱਕ ਅਕਾਲ ਤਖਤ ਸਾਹਿਬ ਹੈ। ਇਹਨੂੰ ਅਸੀਂ ਸਧਾਰਨ ਬੋਲੀ ਵਿੱਚ ਕਹਿ ਲਈਏ, ਇੱਕ ਤਾਂ ਜਿਹੜਾ ਦਰਬਾਰੇ ਆਮ ਹੈ ਤੇ ਇੱਕ ਦਰਬਾਰੇ ਖਾਸ ਹੈ। ਜਿਵੇਂ ਲਾਲ ਕਿਲੇ ਵਿੱਚ ਜਾਓਗੇ ਇੱਕ ਦਰਬਾਰੇ ਆਮ ਹੈ ਔਰ ਇੱਕ ਦਰਬਾਰੇ ਖਾਸ ਹੈ। ਜਦੋਂ ਵੀ ਇਹ ਕੋਈ ਸਿਸਟਮ ਬਣਾਉਂਦੇ ਸੀਗੇ, ਦਰਬਾਰੇ ਆਮ ਹੁੰਦਾ ਸੀ ਜਿਹਦੇ ਚ ਆਮ ਇਨਸਾਨਾਂ ਦੀ, ਆਮ ਬੰਦਿਆਂ ਦੀ
ਆਵਾਜਾਈ ਹੋ ਸਕਦੀ ਸੀ, ਉਹਨਾਂ ਦੀ ਐਂਟਰੀ ਹੋ ਸਕਦੀ ਸੀ। ਇਹ ਆਮ ਹੈ, ਦਰਬਾਰੇ ਆਮ ਹੈ। ਦਰਬਾਰੇ ਖਾਸ ਜਿਹੜਾ ਹੈ ਅਕਾਲ ਤਖਤ ਹੈ। ਔਰ ਇਸ ਨੂੰ ਇੱਕ ਅੰਗਰੇਜ਼ ਲਿਖਾਰੀ ਬੁੱਕ ਹੈ, ਉਹ ਲਿਖਦਾ, ਕਹਿੰਦਾ ਕਿ ਮੈਂ ਹਰਮੰਦਰ ਸਾਹਿਬ ਦੇ ਬਾਹਰ ਖੜਾ ਹੋਇਆ ਔਰ ਮੈਂ ਉੱਥੇ ਦੇਖ ਰਿਹਾ ਸੀ ਅਕਾਲ ਤਖਤ ਸਾਹਿਬ ਵੱਲ, ਤਾਂ ਮੈਨੂੰ ਇਹ ਦੱਸਿਆ ਗਿਆ, ਮੈਂ ਪੁੱਛਿਆ ਕਿ ਇਹ ਕੀ ਹੈ ਔਰ ਇਹ ਕੀ ਹੈ। ਉਹਨਾਂ ਨੇ ਕਿਹਾ ਇਹ ਤੇ ਦਰਬਾਰ ਸਾਹਿਬ ਹੈ। ਮੈਨੂੰ ਸਮਝ ਆ ਗਿਆ ਹਰਮੰਦਰ ਸਾਹਿਬ ਹੈ। ਸਾਹਮਣੇ ਜਿਹੜੀ ਇਮਾਰਤ ਹੈ, ਕਹਿੰਦਾ ਇਹ ਫੈਕਟਰੀ ਹੈ ਅਕਾਲ ਤਖਤ ਸਾਹਿਬ। ਕਹਿੰਦੇ ਫੈਕਟਰੀ ਕੀ, ਇੱਥੇ ਕੀ ਤਿਆਰ ਹੁੰਦਾ ਹੈ? ਕਹਿੰਦੇ ਜੀ ਇਸ ਜਗ੍ਹਾ ਦੇ ਉੱਤੇ ਜਿਹੜਾ ਮਰਜ਼ੀ ਬੰਦਾ ਲੈ ਆਓ, ਉਸ ਨੂੰ ਇਹ ਠੋਕ ਠਾਕ ਕੇ ਤਿਆਰ ਕਰਕੇ ਤੇ ਖਾਲਸਾ ਸਜਾ ਕੇ ਬਾਹਰ ਭੇਜ ਦਿੰਦੇ। ਸੋ ਸੰਪੂਰਨਤਾ ਜਿਹੜੀ ਹੈ, ਇਹਨੂੰ ਇੱਕ ਲਫ਼ਜ਼ ਕਹਿ ਲਓ, ਦੇਗ ਤੇਗ ਫਤਿਹ। ਇਹ ਦੋਨਾਂ ਚੀਜ਼ਾਂ ਦਾ ਸੁਮੇਲ ਜਿਹੜਾ ਹੈ, ਇਹ ਕੰਪਲੈਕਸ ਮੁਕੰਮਲ ਹੋ ਸਕਦਾ ਹੈ। ਅਕਾਲ ਤਖਤ ਸਾਹਿਬ ਦੇ ਬਿਨਾਂ ਦਰਬਾਰ ਸਾਹਿਬ ਨਹੀਂ ਹੈ, ਦਰਬਾਰ ਸਾਹਿਬ ਦੇ ਬਿਨਾਂ ਅਕਾਲ ਤਖਤ ਸਾਹਿਬ ਨਹੀਂ ਹੈਗਾ। ਇਹਨਾਂ ਦੋਨਾਂ ਦਾ ਸੁਮੇਲ ਹੀ ਜਿਹੜਾ ਹੈ, ਉਹ ਖਾਲਸੇ ਨੂੰ ਸੰਪੂਰਨਤਾ ਦਿੰਦਾ ਹੈ। ਜਦੋਂ ਬੰਦਾ ਬਾਹਰੋਂ ਆਉਂਦਾ ਹੈ, ਉਹਦੀ ਆਬਜ਼ਰਵੇਸ਼ਨ ਬੜੇ ਹੋਰ ਤਰੀਕੇ ਨਾਲ ਹੁੰਦੀ ਹੈ। ਜਦੋਂ ਬੁੱਲੇ ਸ਼ਾਹ ਵੀ ਆਇਆ, ਉਸਨੇ ਵੀ ਦੇਖਿਆ ਦਰਬਾਰ ਸਾਹਿਬ, ਤਾਂ ਇੱਕ ਪਾਸੇ ਕੰਸਟਰਕਸ਼ਨ ਹੋ ਰਹੀ ਹੈ, ਇੱਟ ਖੜੱਕਾ ਹੋ ਰਿਹਾ, ਨਾਲ ਹੀ ਕੀਰਤਨ ਹੋ ਰਿਹਾ, ਦੁੱਕੜ ਵੱਜ ਰਹੇ ਹੈ ਜਿਹਨੂੰ ਜੋੜੀ ਕਹਿੰਦੇ ਆ, ਤੇ ਨਾਲ ਹੀ ਲੰਗਰ ਚੱਲ ਰਿਹਾ। ਹੁਣ ਹੋਰ ਕਿਸੇ ਵੀ ਧਾਰਮਿਕ ਜਗ੍ਹਾ ਦੇ ਉੱਤੇ ਇਹ ਤਿੰਨ ਚੀਜ਼ਾਂ ਦਾ ਸੁਮੇਲ ਨਹੀਂ ਹੈਗਾ, ਕਿਧਰੇ ਨਹੀਂ ਹੈਗਾ। ਕੋਈ ਕ੍ਰਿਟੀਕਲ ਸਟੇਟਮੈਂਟ ਨਹੀਂ, ਕਿਸੇ ਕਿਸਮ ਦੀ ਕੋਈ ਕਿੰਤੂ ਪਰੰਤੂ ਧਰਮ ਦੇ ਖੇਤਰ 'ਚ ਨਹੀਂ ਕਰਨੀ ਚਾਹੀਦੀ, ਨਾ ਹੀ ਹੁੰਦੀ ਹੈ। ਪਰ ਇੱਕ ਸਿੰਪਲ ਆਬਜ਼ਰਵੇਸ਼ਨ ਹੋਈ, ਜਦੋਂ ਅਸੀਂ ਵੈਟੀਕਨ ਗਏ ਤਾਂ ਕਾਫੀ ਉੱਥੇ ਦੇਰ ਰਹੇ ਉਸ ਕੰਪਲੈਕਸ ਦੇ ਵਿੱਚ, ਤੇ ਜਾਂਦਿਆਂ ਸਿਰਫ ਇੱਕ ਜ਼ਰੂਰ ਆਈ ਕਿ ਇੱਥੇ ਕੋਈ ਲੰਗਰ ਵੀ ਨਹੀਂ ਹੈ ਤੇ ਕੋਈ ਪਿਆਊ ਵੀ ਨਹੀਂ ਹੈ। ਸੋ ਬੁੱਲੇ ਸ਼ਾਹ ਜਦੋਂ ਇੱਥੇ ਆਂਦਾ ਹੈ ਤੇ ਉਹਦੇ ਮੂੰਹੋਂ ਨਿਕਲਿਆ, ਇੱਟ ਖੜੱਕਾ ਦੁੱਕੜ ਵੱਜੇ ਨਾਲੇ ਤੱਪੇ ਚੁੱਲ੍ਹਾ, ਇੰਨੀ ਗੱਲੀ ਸਾਹਿਬ ਰਾਜ਼ੀ ਇੰਨੀ ਗੱਲੀ ਬੁੱਲਾ। ਇਹ ਤਿੰਨ ਚੀਜ਼ਾਂ ਜਿਹੜੀਆਂ ਇਕੱਠੀਆਂ ਹੈ। ਔਰ ਦਰਬਾਰ ਸਾਹਿਬ ਦੀ ਕਿਤਨੀ ਕਮਾਲ ਹੈ ਕਿ ਇਸ ਦੀ ਬੁਨਿਆਦ ਜਿਹੜੀ ਹੈਗੀ ਹੈ, ਉਹ ਗੁਰੂ ਸਾਹਿਬ ਨੇ ਸਾਈਂ ਮੀਆਂ ਮੀਰ, ਹਜ਼ਰਤ ਮੀਆਂ ਮੀਰ ਕੋਲੋਂ ਰੱਖੀ। ਇਸ ਤੋਂ ਜ਼ਿਆਦਾ ਸਾਂਝਾ ਹੋਰ ਸਥਾਨ ਕਿਹੜਾ ਹੋ ਸਕਦਾ ਹੈ? ਔਰ ਉਹਦੇ ਵਿੱਚ ਕਿਹਾ ਗਿਆ ਕਿ हरमंदर की बुनियाद की ईंट दे रही है गवाही कि कभी अहले मजाहब में थी दोस्ती मुस्कुराई। ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਚੀਜ਼ ਹੈ ਕਿ ਆਮ ਤੌਰ ਦੇ ਉੱਤੇ ਬੰਨ ਲਾ ਦਿੱਤੇ ਜਾਂਦੇ ਹੈ, ਰੋਕ ਦਿੱਤਾ ਜਾਂਦਾ ਹੈ, ਕਿਸੇ ਦੂਜੇ ਨੂੰ ਜਾਣ ਨਹੀਂ ਦਿੱਤਾ ਜਾਂਦਾ, ਜਾਂ ਜਾਂਦਾ ਨਹੀਂ ਜਾਂ ਜਾ ਨਹੀਂ ਸਕਦਾ। ਪਰ ਇਸ ਦੀ ਬੁਨਿਆਦ ਜਿਹੜੀ ਹੈ, ਉਹ ਗੁਰੂ ਅਰਜਨ ਦੇਵ ਜੀ ਸਾਈਂ ਮੀਆਂ ਮੀਰ ਜੀ ਕੋਲੋਂ ਰਖਵਾ ਰਹੇ ਹੈ। ਇਹ ਕਿਤਨੀ ਕਮਾਲ ਦੀ ਗੱਲ ਹੈ। ਦੂਸਰੀ ਗੱਲ ਜਿਹੜੀ ਇਹਦੇ ਚ ਹੋਰ ਬੜੀ ਵੱਡੀ ਦੇਖਣ ਵਾਲੀ ਹੈਗੀ ਹੈ ਕਿ ਜੋ ਉਸ ਵੇਲੇ ਦਾ ਵਿਧਾਨ ਸੀ, ਜੋ ਭਾਰਤ ਦੀ ਸੰਸਕ੍ਰਿਤੀ ਦਾ ਵਿਧਾਨ ਸੀ, ਉਹਦੇ ਵਿੱਚ ਜ਼ਾਤ ਪ੍ਰਥਾ ਦੇ ਵਿੱਚ ਵੰਡਿਆ ਹੋਇਆ ਸੀ। ਜਿਹੜਾ ਧਰਮ ਦੀ ਸਿੱਖਿਆ ਹੈ, ਧਰਮ ਦੇ ਮੰਦਰ ਹੈ, ਧਰਮ ਦੀ ਜਿਹੜੀ ਗੱਲ ਹੈ, ਉਹ ਕੇਵਲ ਇੱਕ ਖਾਸ ਜ਼ਾਤ ਲਈ ਉਹਨਾਂ ਨੇ ਮਖਸੂਸ ਕਰ ਦਿੱਤੀ ਸੀ, ਰਿਜ਼ਰਵ ਕਰ ਦਿੱਤੀ ਸੀ। ਹਰ ਕੋਈ ਉਹਦਾ ਅਧਿਕਾਰੀ ਨਹੀਂ ਸੀਗਾ। ਬਲਕਿ ਜੇਕਰ ਤੁਸੀਂ ਥੋੜਾ ਜਿਹਾ ਅਧਿਐਨ ਕਰੋਗੇ, ਸਿਮਰਤੀਆਂ ਦਾ ਦੇਖੋਗੇ, ਤੇ ਮਨੂ ਸਿਮਰਤੀ ਦੇ ਵਿੱਚ ਲਿਖਿਆ ਹੈ ਕਿ ਜੇਕਰ ਕੋਈ ਨੀਵੀਂ ਜ਼ਾਤ ਦਾ ਬੰਦਾ ਉੱਚ ਜਾਤੀ ਵਾਲੇ ਨਾਲ ਬੈਠਣਾ ਵੀ ਚਾਹੇਗਾ ਇੱਕ ਆਸਨ ਦੇ ਉੱਤੇ, ਤੇ ਰਾਜੇ ਦਾ ਫਰਜ਼ ਹੈ ਕਿ ਉਹਦੇ ਕੈਂਚੀ ਲੈ ਕੇ ਉਹਦੇ ਥਲਵੇਂ ਹਿੱਸੇ ਦਾ ਮਾਸ ਕੁਤਰਵਾ ਦੇਵੇ। ਯਾਨੀ ਇਤਨੀ ਜ਼ਿਆਦਾ ਜਿੱਥੇ ਸਖਤੀ ਸੀਗੀ, ਉਸ ਸਥਾਨ ਦੇ ਉੱਤੇ ਗੁਰੂ ਸਾਹਿਬ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ, ਤਾਂ ਉਹਦੇ ਵਿੱਚ ਉਹਨਾਂ ਅਖੌਤੀ ਨੀਵੀਂ ਜ਼ਾਤ ਦੇ ਭਗਤਾਂ, ਦੂਜੇ ਧਰਮਾਂ ਦੇ ਮੁਸਲਮਾਨ ਫਕੀਰ, ਬਾਬਾ ਫਰੀਦ ਜੀ ਦੀ ਬਾਣੀ ਨੂੰ ਅੰਕਿਤ ਕਰਨਾ, ਜਿਹਦੇ ਵਿੱਚ ਵੱਖ-ਵੱਖ ਕਿੱਤਿਆਂ ਦੇ ਬੰਦੇ, ਭਾਵੇਂ ਉਹ ਕੋਈ ਕਸਾਈ ਹੈ, ਭਾਵੇਂ ਉਹ ਨਾਈ ਹੈ, ਭਾਵੇਂ ਉਹ ਕਿਸੇ ਵੀ ਕਿੱਤੇ ਨਾਲ ਹੈ, ਪਰ ਉਹਨਾਂ ਦੀ ਸਾਂਝ ਇੱਕ ਸੀਗੀ ਕਿ ਉਹ ਸਾਰੇ ਦੇ ਸਾਰੇ ਇੱਕ ਅਕਾਲ ਪੁਰਖ ਦੀ ਗੱਲ ਕਰਨ। ਕਿਸੇ
ਦੂਸਰੇ ਧਰਮ ਸਥਾਨ ਦੇ ਵਿੱਚ, ਹਿੰਦੂ ਮੰਦਿਰ ਵਿੱਚ ਜਾ ਕੇ ਕੋ ਅੱਲਾ ਦਾ ਨਾਂ ਨਹੀਂ ਲੈ ਸਕਦਾ, ਕਿਸੇ ਮਸਜਿਦ ਦੇ ਵਿੱਚ ਜਾ ਕੇ ਰਾਮ ਦੀ ਗੱਲ ਨਹੀਂ ਕਰ ਸਕਦਾ। ਪਰ ਇਹ ਜਿਹੜੀ ਹੈ ਇੱਕ ਐਸਾ ਸਥਾਨ ਇੱਕ ਦਿੱਤਾ ਜਿਹਦੇ ਚਾਰੇ ਦਰਵਾਜ਼ੇ ਖੁੱਲੇ ਹੈ, ਔਰ ਜਿਹਦੇ ਵਿੱਚ ਕਹੋ ਨਾਨਕ ਗੁਰ ਖੋਏ ਪਰਮ ਏਕੋ ਅੱਲੋ ਪਾਰ ਬ੍ਰਹਮ ਦੀ ਸਦਾ ਉੱਠ ਰਹੀ ਹੈ, ਜਿਹੜੀ ਆਵਾਜ਼ ਉੱਠ ਰਹੀ ਹੈਗੀ ਹੈ। ਦਰਅਸਲ ਭਾਰਤ ਦੀ ਸੰਸਕ੍ਰਿਤੀ ਦੇ ਵਿੱਚ ਬਹੁਤ ਇੱਕ ਵਧੀਆ, ਬਹੁਤ ਚੰਗਾ ਪੈਗਾਮ ਦਿੱਤਾ ਗਿਆ। ਉਹ ਪੈਗਾਮ ਸੀ ਵਸੁਦੈਵ ਕੁਟੁੰਬਕਮ, ਸਾਰੀ ਧਰਤੀ ਇੱਕ ਵਸਦਾ ਹੈ, ਸਾਰੀ ਵਸਦਾ ਇੱਕ ਪਰਿਵਾਰ ਹੈ। ਵਸੁਦੈਵ ਸਾਰੀ ਵਸਦਾ, ਸਾਰੀ ਧਰਤੀ ਕੁਟੁੰਬ ਹੈ। ਔਰ ਦੂਸਰੇ ਪਾਸੇ ਇੱਕ ਪੈਗਾਮ ਆਇਆ, ਉਹ ਸੀਗਾ, ਉਸ ਪੈਗਾਮ ਉਹ ਦਿੱਤਾ ਗਿਆ ਰੱਬੁਲ ਆਲਮੀਨ, ਸਾਰੇ ਆਲਮ ਦਾ ਰੱਬ ਜਿਹੜਾ ਹੈ ਇੱਕ ਹੈ, ਇੱਕ ਅਕਾਲ ਪੁਰਖ ਹੈ, ਇੱਕ ਅੱਲਾ ਹੈ। ਉਹ ਰੱਬ ਇੱਕ ਹੈ ਜਿਹੜਾ ਸਾਰੇ ਆਲਮ ਦਾ ਰੱਬ ਹੈ। ਬੜੀ ਚੰਗੀ ਗੱਲ ਹੁੰਦੀ ਇਹ ਦੋਨਾਂ ਦਾ ਇੱਥੇ ਸੁਮੇਲ ਹੋਇਆ, ਪਰ ਸੁਮੇਲ ਦੀ ਬਜਾਏ ਇਹ ਗੱਲ ਇੱਥੇ ਟਕਰਾਅ 'ਚ ਬਦਲ ਗਈ। ਦੇਵ ਭੂਮੀ ਮਲੇਛ ਭੂਮੀ, ਦੇਵ ਪਾਸ਼ਾ ਮਲੇਛ ਪਾਸ਼ਾ। ਸੋ ਹਰਮੰਦਰ ਸਾਹਿਬ ਇੱਕ ਐਸਾ ਸਥਾਨ ਬਣਾਇਆ ਜਿਹਦੇ ਵਿੱਚ ਨਾ ਤਾਂ ਬੋਲੀਆਂ ਦਾ ਵਿਤਕਰਾ ਉੱਥੇ ਰੱਖਿਆ ਗਿਆ, ਨਾ ਜਾਤਾਂ ਦਾ, ਨਾ ਧਰਮਾਂ ਦਾ। ਹਰ ਕੋਈ ਇੱਥੇ ਆ ਕੇ ਉਹ ਰੱਬ ਦਾ ਨਾਂ ਲੈ ਸਕਦਾ। ਸ਼ਰਤ ਇਹ ਸੀਗੀ, ਹੋਰ ਇਸ ਦੇ ਇਲਾਵਾ ਕੁਝ ਨਹੀਂ ਸੀਗੀ। ਹੁਣ ਇਹ ਜਦੋਂ ਫਿਰ ਹਰਮੰਦਰ ਸਾਹਿਬ ਦੀ ਜਦੋਂ ਮਰਿਆਦਾ ਸਥਾਪਿਤ ਕੀਤੀ ਗਈ, ਇਹਦੇ ਤੇ ਕੁਦਰਤੀ ਤੌਰ ਦੇ ਉੱਤੇ ਕਈ ਵਾਰੀ ਕਈ ਭੁਲੇਖੇ ਵੀ ਪੈਂਦੇ ਹੈ। ਵਕਤ ਦੇ ਨਾਲ ਜਦੋਂ ਫਿਰ ਅੰਗਰੇਜ਼ਾਂ ਦਾ ਰਾਜ ਆਇਆ ਤਾਂ ਬੜੇ ਸੰਖੇਪ ਵਿੱਚ ਇਸ ਨੂੰ ਉਹਨਾਂ ਨੇ ਚਰਚ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ। ਮਸੰਦ ਸੀਗੇ ਉੱਥੇ, ਮਹੰਤ ਸਨ, ਉਹਨਾਂ ਦੇ ਨਾਲ ਉਹਨਾਂ ਨੇ ਸਮਝੌਤਾ ਕਰਕੇ ਕੋਸ਼ਿਸ਼ ਕੀਤੀ ਕਿ ਅਸੀਂ ਇਸ ਨੂੰ ਇਹਦੇ ਤੇ ਇਹਨੂੰ ਇੱਕ ਚਰਚ ਦੇ ਵਿੱਚ ਬਣਾ ਦਈਏ। ਤੁਸੀਂ ਅਗਰ ਪੁਰਾਣੀਆਂ ਤਸਵੀਰਾਂ ਦੇਖੀਆਂ ਹੋਣੀਆਂ ਤੇ ਉਸ ਤਸਵੀਰ ਦੇ ਵਿੱਚ ਇਹ ਜਿਹੜਾ ਘੰਟਾ ਘਰ ਹੈ ਉਹ ਇੱਕ ਚਰਚ ਨੁਮਾ ਸੀਗਾ, ਚਰਚ ਦੀ ਸਟਾਈਲ ਸੀਗੀ। ਔਰ ਬੜੀ ਕੋਸ਼ਿਸ਼ ਕੀਤੀ ਗਈ ਕਿ ਉਹਨੂੰ ਹਟਾਉਣ ਦੀ, ਅੰਗਰੇਜ਼ ਨਹੀਂ ਸੀ ਮੰਨ ਰਹੇ। ਪਰ ਗੁਰਦੁਆਰਾ ਸੁਧਾਰ ਲਹਿਰ ਦੇ ਬਾਅਦ ਜਦੋਂ ਗੁਰਦੁਆਰੇ ਪੰਥ ਦੇ ਕੋਲ ਆਏ, ਉਸ ਤੋਂ ਬਾਅਦ 1945 ਦੇ ਵਿੱਚ ਆ ਕੇ ਤੇ ਇਹ ਜਿਹੜਾ ਹੈਗਾ ਚਰਚ ਨੂੰ, ਚਰਚਨੁਮਾ ਜਿਹੜਾ ਘੰਟਾ ਘਰ ਸੀ, ਇੱਕ ਥੜਾ ਸੀਗਾ, ਉਹਦੇ ਉੱਤੇ ਉਹਨੂੰ ਹਟਾ ਕੇ ਉਹ ਇੱਕ ਕੁਰਸੀ ਨੁਮਾ ਸੀਗਾ ਜਿਹਦੇ ਤੇ ਵਾਇਸਰਾਏ ਵੀ ਆਇਆ ਤੇ ਉੱਥੇ ਬਾਹਰ ਉਹਨੂੰ ਬੈਠ ਕੇ ਉਹਦਾ ਸਨਮਾਨ ਕੀਤਾ ਜਾਂਦਾ ਸੀ। ਮਗਰ 1945 ਵਿੱਚ ਉਹ ਥੜਾ ਤੋੜ ਕੇ ਔਰ ਨਵਾਂ ਘੰਟਾ ਘਰ ਜਿਹੜਾ ਬਣਾਇਆ ਗਿਆ, ਜਿਹੜਾ ਕਿ ਸ਼ੇਪ ਹੁਣ ਤੁਹਾਡੇ ਸਾਹਮਣੇ ਹੈਗੀ। ਸੋ ਇਹ ਹਰਮੰਦਰ ਸਾਹਿਬ ਦੀ ਇੱਕ ਬਰੀਫ ਹਿਸਟਰੀ ਜਿਹੜੀ ਹੈਗੀ ਹੈ, ਜਿਹਨੂੰ ਤੁਸੀਂ ਕਹਿ ਲਓ। ਪਰ ਜਿਵੇਂ ਦੱਸਿਆ ਗਿਆ ਹੈ ਕਿ ਗੁਰੂ ਕਾਲ ਤੋਂ ਹੀ, ਸ਼ਾਇਦ ਇਹ ਵੀ ਕੌਤਕ ਹੈ ਕਿ ਗੁਰੂ ਸਾਹਿਬ ਦੱਸਣਾ ਚਾਹੁੰਦੇ ਸੀ ਕਿ ਆਉਣ ਵਾਲਾ ਸਮਾਂ ਕਿੱਦਾਂ ਹੋਏਗਾ। ਗੁਰੂ ਅਰਜਨ ਦੇਵ ਜੀ ਨੇ ਹਰਮੰਦਰ ਸਾਹਿਬ ਦੀ ਜਿਹੜੀ ਤਾਮੀਰ ਕਰਵਾਈ। ਪਰ ਇਤਿਹਾਸ ਦੇ ਵਿੱਚ ਜਦੋਂ ਅਸੀਂ ਪੁਰਾਣਾ ਇਤਿਹਾਸ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਪੁਰਾਣਾ ਜ਼ਿਕਰ ਆਉਂਦਾ ਹੈ ਕਿ ਰਾਵੀ ਔਰ ਬਿਆਸ ਦੇ ਵਿਚਕਾਰ, ਤੇ ਇਹਨਾਂ ਦੋਨਾਂ ਦੇ ਵਿਚਕਾਰ ਜਿਹੜੀ ਜਗ੍ਹਾ ਸੀ, ਇਹ ਬਿਲਕੁਲ ਸਪਾਟ ਮੈਦਾਨ ਹੈ। ਇਹ ਪੂਰਾ ਇਲਾਕਾ ਬਿਲਕੁਲ ਮੈਦਾਨੀ ਇਲਾਕਾ ਹੈ ਔਰ ਇਸ ਜਗ੍ਹਾ ਦੇ ਉੱਤੇ ਘਣਾ ਜੰਗਲ ਸੀ ਔਰ ਉਸ ਘਣੇ ਜੰਗਲ ਦੇ ਵਿਚਕਾਰ ਇੱਕ ਬਹੁਤ ਵੱਡਾ ਇੱਕ ਤਾਲਾਬ ਸੀ ਔਰ ਉਸ ਤਾਲਾਬ ਦੇ ਵਿਚਕਾਰ ਇੱਕ ਆਈਲੈਂਡ ਬਣਿਆ ਸੀ, ਇੱਕ ਟਾਪੂ ਜਿਹਾ ਸੀ ਜਿਹੜਾ ਨੀਵਾਂ ਜਾ ਕੇ, ਔਰ ਇਹ ਤਾਲਾਬ ਸਾਰੇ ਸ਼ਹਿਰ, ਸਾਰੇ ਇਲਾਕੇ ਚੋਂ ਨੀਵਾਂ ਸੀ, ਨੀਵੀਂ ਜਗ੍ਹਾ ਸੀ, ਖੱਡ ਸੀ, ਖੱਡ ਦੇ ਵਿਚਕਾਰ ਤਾਲਾਬ ਸੀ, ਤਾਲਾਬ ਦੇ ਵਿਚਕਾਰ ਇੱਕ ਟਾਪੂ ਸੀ। ਪੁਰਾਤਨ ਲਿਖਤਾਂ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਮਹਾਤਮਾ ਬੁੱਧ ਇਸ ਸਥਾਨ ਤੇ ਆਏ ਸੀ, ਇਹ ਹਵਾਲੇ ਮਿਲਦੇ ਆ, ਔਰ ਉੱਥੇ ਉਹਨਾਂ ਨੇ ਕਿਹਾ ਸੀ ਕਿ ਇਹ ਜਗ੍ਹਾ ਧਿਆਨ ਲਗਾਉਣ ਲਈ ਇਸ ਤੋਂ ਅੱਛੀ ਜਗ੍ਹਾ ਨਹੀਂ ਹੋ ਸਕਦੀ, ਕਿ ਚਾਰੇ ਪਾਸੇ ਜੰਗਲ ਹੈ, ਸ਼ਾਂਤੀ ਹੈ, ਮੈਦਾਨੀ ਇਲਾਕਾ ਹੈ, ਥੱਲੇ ਜਾ ਕੇ ਨਿਵਾਣ ਦੇ ਵਿੱਚ ਜਾ ਕੇ
फिर तालाब है, तालाब दे विचकार एक टापू है। वो कहन लगे कि इस तो अच्छी जगह नहीं हो सकती। फिर बाद विच जिक्र आया कि गुरु नानक देव जी भी इस जगह के उत्ते आए, और जदों इस स्थान के उत्ते आए तो इसे स्थान ते गुरु साहब ने फिर आसन लगाया और पिंड दे लोग कड़ा प्रसाद लैके आए। जदों लैके आए तो उस वेले भाई मरदाना जी ने कहा कि बाबा ये तां अमृत दे तुल है। हजूर कहन लगे इत्थे हमेशा अमृत ही वरतेगा, इस थां ते हमेशा अमृत वरतेगा। उसके बाद गुरु अमरदास जी ने, गुरु अंगद देव जी भी इस स्थान ते आए। उन्होंने गुरु अमरदास जी नूं कहा कि इत्थे सरोवर जिहड़ा है उन्होंने मुकम्मल कराओ, उहदी तैयारी कराओ। उन्होंने बकायदा वो जिहड़ा तलाब सीगा उस तलाब नूं एक शेप दे के बिल्कुल तरीके दे नाल उहनूं एक सरोवर बनवाया, जिस सरोवर नूं गुरु रामदास जी ने मुकम्मल किया। हुण हरमंदर साहब नूं भी गुरु रामदास जी दा ही कहा जाता है, पर गुरु रामदास जी ने सरोवर बनाया। हरमंदर साहब जिहड़ा है वो गुरु अर्जन देव जी ने बनाया। सो सारे गुरु साहिबान दी इहदे विच जिहड़ी है शमूलीयत सी, उन्हां सारियां दा इस स्थान दे उत्ते योगदान सी। पर जदों गुरु रामदास जी ने इस स्थान दे उत्ते आए हन तां उन्हां ने इस शहर नूं वसाया, और शहर दे विच उन्हां ने वख-वख प्रोफैशनस दे वख-वख कित्तियां दे बंदे बुला के ते उन्हां ने उन्हां नूं इत्थे वसाया। वख-वख बाजार हन, और उन्हां बाजारां नूं उन्हां कित्तियां दे मुताबक ਉਹ ਜਿਹੜੇ ਵਸਾਏ ਗਏ। ਔਰ ਇੱਕ ਚੀਜ਼ ਦਾ ਹੋਰ ਧਿਆਨ ਰੱਖਿਆ ਗਿਆ ਕਿ ਜਿਹੜੀ ਮਾਈਥੋਲੋਜੀਕਲ ਇੱਥੇ ਦੀ ਜਿਹੜੀ ਮਾਈਥੋਲੋਜੀ ਸੀ ਕਿ ਪੂਰਬ ਵਾਲੇ ਪਾਸੇ ਉੱਚੀਆਂ ਜ਼ਾਤਾਂ ਵਾਲੇ, ਦੂਜੇ ਪਾਸੇ ਨੀਵੀਆਂ ਜ਼ਾਤਾਂ ਵਾਲੇ, ਗੁਰੂ ਸਾਹਿਬ ਨੇ ਇਹਨੂੰ ਉਲਟਾ ਦਿੱਤਾ, ਬਿਲਕੁਲ ਉਸ ਚੀਜ਼ ਨੂੰ ਨਹੀਂ ਮੰਨਿਆ। ਫਿਰ तीसरी चीज जिहड़ी सी गुरु अर्जन देव जी ने यह की, जदों इहदी तामीर करा रहे सी, आम तौर दे उत्ते बिल्कुल जिवें वास्तु की गल करते हैं कि पूरब विच ही होना चाहिए, पश्चिम विच ही होना चाहिए, उत्तर विच ही होना चाहिए, और पूरब की जिहड़ी है उहदी पूजा करते हैं, पश्चिम नूं नमाज पढ़ते हैं। पर हजूर ने जिहड़ा इहदा नक्शा बनाया डायगनल बनाया। कदी तुसीं नक्शा देखोगे तो यह डायगनल है, ना तो इसदे विच पूरब वल है, ना तो इत्थे पूरब दी सूरज दी पहली किरण अंदर आंदी है, ते ना ही डुबदे सूरज दे इत्थों अंदर जिहड़े है देख सकदा है। एक ऐसा ढंग बनाया, ना पूरब ना पश्चिम, इस वितकरे नूं भी गुरु साहब ने मेट दिता। पर जदों हुण गुरु तेग बहादुर जी इस स्थान दे उत्ते आंदे है तां गुरु तेग बहादुर जी नूं अंदर नहीं जाण दिता जाता, क्योंकि जिहड़े गुरु घर दे उन्हां दे अपने ही रिश्तेदार सन हरजी, उन्हां दा कब्जा हो गया, और उन्हां ने गुरु तेग बहादुर जी नूं अंदर नहीं आण दिता। हुण गुरु साहब चाहते सब कुछ कर सकते सी, पर वो बाहर जिथे थड़ा साहब है अकाल तख्त साहब दे नाल, उत्थे वो रुक गए, उत्थों उन्होंने दर्शन किए। और एक गल उन्होंने कही जड़े पुरातन साखियां च है, यह मसंद जो अमृत सरिये तृष्ण अगन की अंतर सड़िए, ये जड़े अमृतसर दे मसंद हन, ये तृष्णा दी अग दे विच सड़ रहे हैं। ये लफज उन्होंने वरते, मगर उन्होंने मसंदा ने आम मशहूर कर दिता कि गुरु साहब ने कहा अमृतसरिये अंदर सड़िए। ਇਹ ਵੀ ਇੱਕ ਜਿਹੜਾ ਤਰੀਕਾ ਹੁੰਦਾ ਹੈ ਜਿਸ ਨੂੰ ਤੁਸੀਂ ਕਹਿ ਸਕਦੇ ਹੋ ਕਿ ਇਹ ਪ੍ਰਚਾਰ ਜਿਹੜਾ ਬਾਅਦ ਵਿੱਚ ਕੀਤਾ, ਔਰ ਜਿਹੜਾ ਹਾਲੇ ਤੱਕ ਕਈ ਲੋਕ ਉਹੀ ਗੱਲਾਂ ਕਰਦੇ। ਹੁਣ ਜਦੋਂ ਹਰਮੰਦਰ ਸਾਹਿਬ ਦੀ ਸਥਾਪਨਾ ਤਾਮੀਰ ਕੀਤੀ ਗਈ, ਜਦੋਂ ਉਹਦੀ ਕੰਸਟਰਕਸ਼ਨ ਹੋ ਗਈ, ਜਦੋਂ ਮੁਕੰਮਲ ਹੋ ਗਈ, ਉਸ ਵੇਲੇ ਫਿਰ ਹੁਣ ਉਹਦੇ ਵਿੱਚ ਪ੍ਰਕਾਸ਼ ਕਰਨਾ ਸੀ। गुरु अर्जन देव जी खुद
ਉਹ ਜਦੋਂ ਉੱਥੋਂ ਰਾਮਸਰ ਤੋਂ ਫਿਰ ਬੀੜ ਲੈ ਕੇ ਆਏ, ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਤਾਬਿਆ ਬਿਠਾਇਆ। ਤਾਬਿਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਪੋਥੀ ਸਾਹਿਬ ਸੀ, ਕਿਉਂਕਿ ਜੇ ਮੁਕੰਮਲ ਨਹੀਂ ਸੀ, ਪਰ ਜੋ ਸੀਗਾ ਪਹਿਲਾ ਜਿਹੜੀ ਬੀੜ ਸੀਗੀ ਗੁਰੂ ਅਰਜਨ ਦੇਵ ਜੀ ਵੇਲੇ ਦੀ, ਉਹ ਬੀੜ ਨੂੰ ਗੁਰੂ ਸਾਹਿਬ ਨੇ ਫਿਰ ਜਦੋਂ ਉੱਥੇ ਪ੍ਰਕਾਸ਼ ਕੀਤਾ ਔਰ ਉਹਦੀ ਜਿਹੜੀ ਤਾਬਿਆ ਹੈ ਗ੍ਰੰਥੀ ਦੀ, ਉਹ ਬਾਬਾ ਬੁੱਢਾ ਜੀ ਨੂੰ ਬਿਠਾਇਆ। ਹੁਣ ਕਿਤਨੀ ਵੱਡੀ ਗੱਲ ਹੈ ਕਿ ਬਾਬਾ ਬੁੱਢਾ ਜੀ ਬੈਠੇ ਹੈ ਔਰ ਗੁਰੂ ਅਰਜਨ ਦੇਵ ਜੀ ਇੱਕ ਪਾਸੇ ਹੋ ਕੇ ਕਿਨਾਰੇ ਵਿੱਚ ਬੈਠੇ ਹੈ, ਸਾਈਡ ਵਿੱਚ ਬੈਠੇ ਹੈ, ਉਹ ਤਾਬਿਆ ਨਹੀਂ ਬੈਠੇ। ਕਾਰਨ ਬੜਾ ਸਿੰਪਲ ਸੀ, ਕਿਤੇ ਐਸਾ ਨਾ ਹੋਏ ਲੋਕਾਂ ਨੂੰ ਭੁਲੇਖਾ ਪੈ ਜਾਏ ਕਿ ਗੁਰੂ ਅਰਜਨ ਦੇਵ ਜੀ ਨੂੰ ਮੱਥਾ ਟੇਕ ਰਹੇ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਰਹੇ। ਇਹ ਸੁਨੇਹਾ ਦੇਣ ਲਈ ਕਿ ਮੱਥਾ ਹੁਣ ਤੁਸੀਂ ਉਧਰ ਟੇਕਣਾ ਹੈਗਾ, ਗੁਰੂ ਗ੍ਰੰਥ ਸਾਹਿਬ ਨੂੰ ਟੇਕਣਾ। ਸਿਰਫ ਇੱਕ ਗੱਲ ਜ਼ਰੂਰ ਕਹਿਣੀ ਬਣਦੀ ਹੈ ਕਿ ਬਾਬਾ ਬੁੱਢਾ ਜੀ, ਉਹਨਾਂ ਨੂੰ ਗ੍ਰੰਥੀ ਬਣਾਇਆ ਜਿਹੜੇ ਬਹੁਤ ਵਡੇਰੀ ਉਮਰ ਦੇ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੇਲੇ ਤੋਂ ਉਹਨਾਂ ਨੂੰ ਅਸੀਸ ਪ੍ਰਾਪਤ ਸੀ। ਤਾਂ ਇੱਕ ਦਫਾ ਜ਼ਿਕਰ ਆਉਂਦਾ ਹੈ ਕਿ ਬਾਬਾ ਬੁੱਢਾ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ, ਬਾਬਾ ਜੀ, ਬਾਲਕ ਹਰਗੋਬਿੰਦ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਤੁਹਾਡੀ ਹੈ। ਤੇ ਬਾਬਾ ਜੀ ਕਹਿਣ ਲੱਗੇ, ਜੀ ਮੈਂ ਤਾਂ ਆਪ ਨਹੀਂ ਪੜ੍ਹਿਆ ਤੇ ਮੈਂ ਇਹਨਾਂ ਨੂੰ ਕਿੱਥੋਂ ਪੜਾਵਾਂਗਾ। ਪਰ ਹਜ਼ੂਰ ਨੇ ਕਿਹਾ ਕਿ ਨਹੀਂ, ਤੁਸੀਂ ਇਹਨਾਂ ਨੂੰ ਉਹ ਪੜ੍ਹਾਈ ਕਰਾਓ ਜਿਹੜੀ ਤੁਹਾਨੂੰ ਗੁਰੂ ਨਾਨਕ ਦੇਵ ਜੀ ਨੇ ਕਰਾਈ। ਇਹ ਪੜ੍ਹਾਈ ਬਹੁਤ ਵੱਡੀ ਪੜ੍ਹਾਈ ਹੈਗੀ ਹੈ, ਤੁਸੀਂ ਉਹ ਪੜ੍ਹਾਈ ਇਹਨਾਂ ਨੂੰ ਕਰਾਓ। ਗੁਰੂ ਹਰਗੋਬਿੰਦ ਸਾਹਿਬ ਦੀ ਸਾਰੀ ਤਰਬੀਅਤ, ਸਾਰੀ ਜਿਹੜੀ ਸਿੱਖਿਆ ਹੈ ਔਰ ਜਿਹੜੀਆਂ ਸਿੱਖਿਆਵਾਂ ਗੁਰੂ ਸਾਹਿਬ ਨੂੰ ਉਹਨਾਂ ਨੇ ਦਿੱਤੀਆਂ, ਬਾਬਾ ਬੁੱਢਾ ਜੀ ਨੇ, ਉਹਦੇ ਵਿੱਚ ਵਿਆਕਰਣ ਵੀ ਉਹਨਾਂ ਨੂੰ ਪੜ੍ਹਾਈ, ਸ਼ਸਤਰ ਵਿਦਿਆ ਪੜ੍ਹਾਈ, ਉਹਦੇ ਚ ਉਹਨਾਂ ਨੂੰ ਜਿਹੜੀਆਂ ਹੋਰ ਸਾਰੀਆਂ ਵਿਦਿਆ ਉਸ ਵੇਲੇ ਦੀਆਂ ਸੀਗੀਆਂ ਉਹ ਸਾਰੀਆਂ ਕਰਵਾਈਆਂ। ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਬਾਬਾ ਬੁੱਢਾ ਜੀ ਦਾ ਰੁਤਬਾ ਕੀ ਸੀਗਾ। ਉਹਦੇ ਬਾਅਦ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਨਹੀਂ ਆਣ ਦਿੱਤਾ ਗਿਆ, ਉਸ ਵੇਲੇ ਉਹਨਾਂ ਦੇ ਜਿਹੜੇ ਰਿਸ਼ਤੇਦਾਰੀ ਸਨ, ਉਹ ਸਨ ਸੋਢੀ ਹਰਜੀ। ਉਹਨੇ ਕਿਰਾਏ ਦੇ ਢਾਡੀ ਲਿਆ ਕੇ ਰੱਖੇ ਸੀਗੇ, ਜਿਹੜਾ ਗਵਾਂਦਾ ਸੀ, ਹੂੰ ਹਾਂ ਕਿ ਹਰਜੀ ਹਾਂ, ਮੇਰਾ ਦਿਲ ਲੋਚਦਾ ਕਿ ਮੈਂ ਅੰਮ੍ਰਿਤਸਰ ਨੂੰ ਜਾ, ਮੈਂ ਦਰਸ਼ਨ ਅੰਮ੍ਰਿਤਸਰ ਨੂੰ ਜਾ। ਇਹ ਜਿਹੜਾ ਹਰਜੀ ਸੀਗੇ, 70 ਸਾਲ ਖਾਲਸਾ ਜਿਹੜਾ ਹੈ ਉਹ ਹਰਮੰਦਰ ਸਾਹਿਬ ਨਹੀਂ ਜਾ ਸਕਿਆ। ਕਿਤਨੀ ਵੱਡੀ ਗੱਲ ਹੈ। ਇਹਦਾ ਮਤਲਬ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਵੀ ਇਹ ਹੋਇਆ ਕਿ ਐਸਾ ਸਮਾਂ ਵੀ ਆ ਸਕਦਾ ਹੈ, ਪਰ ਸਿੱਖਾਂ ਨੇ ਇਸ ਦਾ ਲੜ ਨਹੀਂ ਛੱਡਿਆ। ਮੁੜ ਮੁੜ ਕੇ ਹਰਮੰਦਰ ਸਾਹਿਬ ਵਾਲੀ ਆਉਂਦੇ ਸੀ, ਜਿਵੇਂ ਪਤੰਗਾ ਜਿਹੜਾ ਹੈ ਉਹ ਸ਼ਮਾ ਦੇ ਦੁਆਲੇ ਘੁੰਮਦਾ ਹੈ, ਮੁੜ ਮੁੜ ਉਧਰ ਆਉਂਦਾ। ਮੈਂ ਸਿਰਫ ਇੱਕ ਦੋ ਗੱਲਾਂ ਹੋਰ ਇਹਦੇ ਚ ਦੱਸਣੀਆਂ ਚਾਹਾਂਗਾ ਕਿ ਜਦੋਂ ਹਰਮੰਦਰ ਸਾਹਿਬ ਦੇ ਉੱਤੇ ਮੁਗਲਾਂ ਦਾ ਕਬਜ਼ਾ ਹੋ ਗਿਆ, ਜਦੋਂ ਉਹਨਾਂ ਨੇ ਇਸ ਦੇ ਉੱਤੇ ਕਬਜ਼ਾ ਕਰ ਲਿਆ, ਸਿੱਖ ਜਾਨਾਂ ਹੂਲ ਕੇ ਆਂਦੇ ਸੀ ਔਰ ਜਦੋਂ ਉਹ ਕਹਿੰਦੇ ਸੀਗੇ ਕਿ ਜੀ ਸਿੱਖ ਖਤਮ ਹੋ ਗਏ, ਸਿੱਖ ਨਹੀਂ ਰਹੇ, ਤਾਂ ਜ਼ਿਕਰ ਹੈ ਕਿ ਉਸ ਵੇਲੇ ਸਿੱਖ ਅਚਾਨਕ ਆ ਕੇ ਬਾਜ਼ ਦੀ ਤਰ੍ਹਾਂ ਝਪੱਟਾ ਮਾਰ ਕੇ ਅੰਦਰ ਚੁੱਭੀ ਲਾਉਂਦੇ ਸੀ ਔਰ ਸਿਰ ਦੇ ਉੱਤੋਂ ਦੀ ਵਾਲ ਖੋਲ ਲੈਂਦੇ ਸੀ, ਨੰਗਾ ਕਰ ਲੈਂਦੇ ਸੀ, ਤਾਂ ਕਿ ਇਹ ਦੇਖ ਸਕੋ ਕਿ ਸਿੱਖ ਹੈਗਾ, ਕੋਈ ਦੂਜਾ ਨਹੀਂ ਹੈਗਾ। ਯਾਨੀ ਇਸ ਤਰੀਕੇ ਨਾਲ ਉਹਨਾਂ ਨੇ ਚੈਲੰਜ ਕਰਕੇ ਦਰਬਾਰ ਸਾਹਿਬ ਦੇ ਅੰਦਰ ਉਹਨਾਂ ਨੇ ਆਣਾ ਔਰ ਦਰਬਾਰ ਸਾਹਿਬ ਦੇ ਅੰਦਰ ਆ ਕੇ ਉਹਨਾਂ ਨੇ ਸਰੋਵਰ ਦੇ ਵਿੱਚ ਉਹਨਾਂ ਨੇ ਇਸ਼ਨਾਨ ਕਰਨਾ। ਭਾਈ ਮਨਸਾ ਸਿੰਘ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ। ਸਰਕਾਰ ਨੇ, ਮੁਗਲ ਸਰਕਾਰ ਨੇ ਚਾਰੇ ਪਾਸੇ ਬਹੁਤ ਕਰੜਾ ਪਹਿਰਾ ਲਗਾ ਦਿੱਤਾ, ਕੋਈ ਅੰਦਰ ਵੜ ਨਹੀਂ ਸਕਦਾ। ਦੋ ਸਿੰਘ ਸੀਗੇ ਜਿਹੜੇ ਕਿ ਰਾਤ ਦੇ ਵੇਲੇ ਜਾਂਦੇ ਸੀ, ਸੂਫੀ ਫਕੀਰਾਂ ਦਾ ਭੇਸ ਬਣਾਇਆ ਹੋਇਆ, ਉਹ ਉਹਨਾਂ ਨੂੰ ਮੌਲਾਨਾ ਰੂਮੀ ਦੀਆਂ ਗਜ਼ਲਾਂ ਸੁਣਾਉਂਦੇ ਸੀ, ਬੜੇ ਤਰੰਨਮ ਨਾਲ ਗਾ ਕੇ। ਔਰ ਉਹ ਜਦੋਂ ਪਹਿਰੇਦਾਰ ਉਧਰ ਰੁੱਝ ਰਹਿੰਦੇ ਸੀ, ਭਾਈ ਮਨਸਾ ਸਿੰਘ ਜੀ ਤੈਰ ਕੇ ਜਾਂਦੇ ਸੀ ਔਰ ਜਾ ਕੇ ਉਹਨਾਂ ਨੇ ਦਰਬਾਰ ਸਾਹਿਬ ਦੇ ਅੰਦਰ ਉਹ ਜੋਤ ਜਗਾਉਂਦੇ ਸੀ। ਜੋਤ ਇੱਕ ਜ਼ਿੰਦਾ ਨਿਸ਼ਾਨੀ ਹੈ
ਕਈ ਵਾਰ ਸਾਡੇ ਲੋਕਾਂ ਦੇ ਵਿੱਚ ਭੁਲੇਖਾ ਪਾ ਦਿੱਤਾ ਜਾਂਦਾ ਹੈ ਜੋਤ ਦਾ ਸਾਡੇ ਨਾਲ ਕੀ ਤਾਲਕ ਹੈ। ਓਲੰਪਿਕ ਦੀ ਵੀ ਫਲੇਮ ਹੈ, ਸਟੈਚੂ ਆਫ ਲਿਬਰਟੀ ਦੀ ਵੀ ਫਲੇਮ ਹੈ, ਇੰਡੀਆ ਗੇਟ ਦੇ ਉੱਤੇ ਵੀ ਫਲੇਮ ਹੈ। ਫਲੇਮ ਜਾਂ ਜੋਤ ਜਿਹੜੀ ਹੈ ਇੱਕ ਨਿਸ਼ਾਨੀ ਹੈ ਜ਼ਿੰਦਾ ਹੋਣ ਦੀ। ਅੱਜ ਵੀ ਦਰਬਾਰ ਸਾਹਿਬ ਦੇ ਅੰਦਰ, ਅਕਾਲ ਤਖਤ ਸਾਹਿਬ ਦੇ ਉੱਤੇ, ਹਰ ਜਗ੍ਹਾ ਦੇ ਉੱਤੇ, ਸੀਸਗੰਜ ਸਾਹਿਬ ਵਿੱਚ ਉਹ ਜੋਤ ਜਲ ਰਹੀ ਹੈ। ਜਿਸ ਦਿਨ ਜੋਤ ਬੁਝ ਗਈ, ਕਹਿੰਦੇ ਨਾ ਕਿ ਇਹਦਾ ਦੀਵਾ ਬੱਤੀ ਬੁਝ ਗਈ, ਖਤਮ ਹੋ ਗਿਆ। ਸੋ ਇੱਕ ਨਿਸ਼ਾਨੀ ਸੀ, ਉਹ ਜੋਤ ਜਗਾਈ ਰੱਖਣੀ। ਉਹਨਾਂ ਨੇ ਜਾਨਾਂ ਹੂਲ ਕੇ ਜੋਤ ਜਗਾਈ। ਜਦੋਂ ਉਹਨਾਂ ਨੇ ਦੇਖਿਆ ਕਿ ਇੱਥੇ ਚਾਰੇ ਪਾਸੇ ਪਹਿਰਾ ਲੱਗਾ, ਫਿਰ ਇਹ ਜੋਤ ਕੌਣ ਜਗਾ ਜਾਂਦਾ? ਜਦੋਂ ਦੇਖਿਆ ਕਿ ਫਿਰ ਜੋਤ ਜਗ ਰਹੀ ਹੈ, ਉਸ ਦੇ ਬਾਅਦ ਉਹਨਾਂ ਨੇ ਕੀ ਕੀਤਾ ਕਿ ਹਰਮੰਦਰ ਸਾਹਿਬ, ਦਰਬਾਰ ਸਾਹਿਬ ਦੇ ਅੰਦਰ ਦਾ ਸਾਰਾ ਫਰਸ਼ ਜਿਹੜਾ ਸੀ ਉਹ ਪੁੱਟ ਦਿੱਤਾ। ਕੋਈ ਜਗ੍ਹਾ ਖਾਲੀ ਨਹੀਂ ਰਹੀ, ਬਾਕੀ ਸਿਰਫ ਦੀਵਾਰਾਂ ਰਹਿ ਗਈਆਂ। ਪਰ ਫਿਰ ਜਦੋਂ ਆ ਕੇ ਦੇਖਿਆ, ਫਿਰ ਉੱਥੇ ਜੋਤ ਜਗ ਰਹੀ ਹੈ। ਬੜੇ ਹੈਰਾਨ ਹੋਏ, ਇਹ ਕੀ ਹੋ ਗਿਆ? ਫਿਰ ਉਹਨਾਂ ਨੇ ਦੇਖਿਆ, ਇੱਕ ਵਾਰੀ ਚੰਗੀ ਤਰ੍ਹਾਂ ਉੱਥੇ ਪਹਿਰਾ ਲੱਗਾ। ਭਾਈ ਮਨਸਾ ਸਿੰਘ ਜੀ ਆਏ ਔਰ ਆ ਕੇ ਤੈਰ ਕੇ ਜਦੋਂ ਗਏ ਅੰਦਰ ਜੋਤ ਜਗਾਉਣ ਵਾਸਤੇ, ਅੰਦਰ ਉਹਨਾਂ ਨੇ ਜੋਤ ਰੱਖੀ। ਬਾਹਰ ਆ ਰਹੇ ਸੀ ਤੈਰ ਕੇ, ਦੁਖਭੰਜਨੀ ਬੇਰੀ ਦੇ ਕੋਲ ਉਹਨਾਂ ਦੇ ਉੱਤੇ ਬੰਦੂਕ ਦਾ ਫਾਇਰ ਕੀਤਾ ਗਿਆ, ਉਹ ਉੱਥੇ ਸ਼ਹੀਦ ਹੋਏ। ਦਰਬਾਰ ਸਾਹਿਬ ਵਿੱਚ ਬੜੀ ਸੋਹਣੀ ਉਹਨਾਂ ਦੀ ਤਸਵੀਰ ਜਿਹੜੀ ਹੈ ਉਹ ਲੱਗੀ ਹੋਈ ਹੈ। ਯਾਨੀ ਦਰਬਾਰ ਸਾਹਿਬ ਦੀ ਅਜ਼ਮਤ ਲਈ ਦੀਵਾਨ ਕੌੜਾ ਮੱਲ, ਉਹਨਾਂ ਦਾ ਜ਼ਿਕਰ ਆਂਦਾ ਹੈ। ਨਾ ਉਹਨਾਂ ਦਾ ਕੌੜਾ ਮੱਲ ਸੀ, ਪਰ ਬਹੁਤ ਪੰਥ ਦੇ ਹਮਾਇਤੀ ਸਨ, ਪੰਥ ਦੇ ਖੈਰਖਾਹ ਸਨ। ਉਹਨਾਂ ਦੇ ਜ਼ਿਕਰ ਆਂਦਾ ਹੈ ਕਿ ਦਰਬਾਰ ਸਾਹਿਬ ਨੂੰ ਘੇਰਾ ਪਿਆ ਹੋਇਆ ਸੀ। ਇੱਕ ਮਾਤਾ ਆਪਣੇ ਛੋਟੇ ਜਿਹੇ ਬੱਚੇ ਨੂੰ ਗੋਦੀ 'ਚ ਲੈ ਕੇ ਵਾਹ ਉਦਾਈ ਜਾ ਰਹੀ ਸੀ। ਤਾਂ ਉਹਨਾਂ ਨੇ ਪੁੱਛਿਆ, ਮਾਈ ਤੂੰ ਕਿੱਧਰ ਜਾ ਰਹੀ ਹੈ? ਕਹਿਣ ਲੱਗੀ, ਮੈਂ ਦਰਬਾਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕਰਨ ਜਾ ਰਹੀ ਹਾਂ। ਦੀਵਾਨ ਸਾਹਿਬ ਕਹਿਣ ਲੱਗੇ, ਤੈਨੂੰ ਨਹੀਂ ਪਤਾ ਉੱਥੇ ਤਾਂ ਪਹਿਰਾ ਹੈ, ਉੱਥੇ ਤਾਂ ਜਿਹੜਾ ਜਾਂਦਾ ਜਿੰਦਾ ਵਾਪਸ ਨਹੀਂ ਆਉਂਦਾ। ਉਹ ਕਹਿੰਦੀ ਹੈ, ਮੈਨੂੰ ਪਤਾ ਹੈ, ਮੈਂ ਇਸ ਕਰਕੇ ਜਾ ਰਹੀ ਹਾਂ, ਸ਼ਾਇਦ ਇਹ ਸਰੀਰ ਲੇਖੇ ਲੱਗ ਜਾਏ। ਦੀਵਾਨ ਸਾਹਿਬ ਕਹਿਣ ਲੱਗੇ, ਤੈਨੂੰ ਆਪਣੇ ਤੇ ਤਰਸ ਨਹੀਂ ਹੈ, ਤੂੰ ਆਪਣੇ ਇਸ ਛੋਟੇ ਜਿਹੇ ਮਾਸੂਮ ਬੱਚੇ ਦੇ ਉੱਤੇ ਕਿਉਂ ਨਹੀਂ ਤਰਸ ਕਰਦੀ? ਉਹ ਕਹਿਣ ਲੱਗੀ, ਮੈਨੂੰ ਇਸ ਦੇ ਉੱਤੇ ਤਰਸ ਹੈ, ਤਾਂ ਹੀ ਤੇ ਮੈਂ ਇਹਨੂੰ ਨਾਲ ਲਿਜਾ ਰਹੀ ਹਾਂ, ਸ਼ਾਇਦ ਇਹ ਵੀ ਗੁਰੂ ਦੇ ਲੇਖੇ ਲੱਗ ਜਾਏ। ਸੋ ਇਹ ਇੱਕ ਭਾਵਨਾ ਸੀ। ਇਸ ਕਰਕੇ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਕਿਹਾ, ਕਹਿੰਦੇ ਸਿੱਖਾ, ਜਦੋਂ ਤੇਰੇ ਮਨ ਦੇ ਵਿੱਚ ਜਦੋਂ ਖਿਆਲ ਆਏ ਦਰਬਾਰ ਸਾਹਿਬ ਦੇ ਦਰਸ਼ਨ ਦਾ, ਤੂੰ ਬਿਲਕੁਲ ਵਿਲੰਬ ਨਾ ਕਰੀ, ਬਿਲਕੁਲ ਦੇਰੀ ਨਾ ਕਰੀ। ਜਿਸ ਤਰ੍ਹਾਂ ਦੇ ਹਾਲਾਤ 'ਚ ਹੈ, ਤੂੰ ਉੱਠ ਕੇ ਦੌੜ ਪਈ ਔਰ ਜਾਈ, ਦਬਾ ਦਬ ਵਾਹ ਦਾਈ ਜਾਈ ਔਰ ਦਰਬਾਰ ਸਾਹਿਬ ਪਹੁੰਚ ਜਾਏ। ਪਰ ਜਦੋਂ ਉੱਥੇ ਪਹੁੰਚ ਜਾਏ ਤਾਂ ਇੱਕ ਗੱਲ ਯਾਦ ਰੱਖੀ, ਬਿਲਕੁਲ ਸਹਿਜੇ ਸਹਿਜੇ ਇੱਕ ਇੱਕ ਕਦਮ ਪੋਲੇ ਪੋਲੇ ਰੱਖੀ, ਕਿਉਂਕਿ ਇੱਕ ਇੱਕ ਸਿਲ ਦੇ ਥੱਲੇ ਸੈਂਕੜੇ ਸਿੱਖਾਂ ਦੇ ਸਿਰ ਪਏ ਹੋਏ। ਔਰ ਇਹ ਅਸਲੀਅਤ ਹੈ, ਇਹ ਕੋਈ ਅਤਕਥਨੀ ਨਹੀਂ ਹੈ। ਅੱਜ ਵੀ 1984 ਵਿੱਚ ਜੋ ਉੱਥੇ ਕਤਲੇਆਮ ਹੋਇਆ, ਜੋ ਉੱਥੇ ਬਰਬਰਤਾ ਹੋਈ, ਤੁਸੀਂ ਘੰਟਾ ਘਰ ਵਾਲੇ ਪਾਸਿਓਂ ਜਾਓ, ਥੱਲੇ ਉਤਰੋ ਸੱਜੇ ਪਾਸੇ, ਅੱਜ ਵੀ ਉੱਥੇ ਸੰਗਮਰਮਰ ਦੀਆਂ ਉਹ ਚਿੱਟੀਆਂ ਸਿੱਲਾਂ, ਜਿਨ੍ਹਾਂ ਦੇ ਵਿੱਚ ਖੂਨ ਰਚ ਕੇ ਜੰਮ ਚੁੱਕਾ ਹੈ। ਬੜੀ ਕੋਸ਼ਿਸ਼ ਕੀਤੀ ਗਈ ਹੈ ਉਸ ਨੂੰ ਮਿਟਾਉਣ ਦੀ, ਉਹ ਨਹੀਂ ਮਿਟ ਰਿਹਾ ਹੈਗਾ। ਕਮੇਟੀ ਵੱਲੋਂ, ਕਮੇਟੀਆਂ ਵੱਲੋਂ, ਸਿੱਖਾਂ ਵੱਲੋਂ, ਅਹੁਦੇਦਾਰਾਂ ਵੱਲੋਂ ਪੂਰੀ ਕੋਸ਼ਿਸ਼ ਹੈ ਹਰ ਯਾਦਗਾਰ, ਹਰ ਨਿਸ਼ਾਨੀ ਉਸ ਬਰਬਰਤਾ ਦੀ ਮਿਟਾਈ ਜਾ ਸਕੇ। ਪਰ ਕੁਝ ਚੀਜ਼ਾਂ ਐਸੀਆਂ, ਜਿਵੇਂ ਬੀਬੀ ਰਜਨੀ ਦਾ ਉਹਨਾਂ ਦਾ ਸੀਗਾ ਕਿ ਇੱਕ ਨਿਸ਼ਾਨੀ ਰੱਖ ਲਈ ਸੀ, ਸ਼ਾਇਦ ਗੁਰੂ ਸਾਹਿਬ ਵੱਲੋਂ ਵੀ ਇਹ ਹੈ ਕਿ ਉਹ ਨਿਸ਼ਾਨੀ ਇਹਨਾਂ ਦੀ ਕਾਇਮ ਹੈ। ਇਹਦੇ ਵਿੱਚ ਇੱਕ ਹੋਰ ਜ਼ਰੂਰੀ ਹੈ, ਅੰਗਰੇਜ਼ਾਂ ਦੇ ਰਾਜ ਵੇਲੇ ਇੱਥੇ ਕੁਝ ਫੌਜੀ ਆਏ ਔਰ ਜਿਹੜੇ ਬੂਟਾਂ ਸਣੇ ਅੰਦਰ ਚਲੇ ਗਏ ਪਰਕਰਮਾ ਵਿੱਚ। ਉੱਥੇ ਨਿਹੰਗ ਸਿੰਘ ਸਨ, ਉਹਨਾਂ ਨੇ ਉਸ ਫੌਜੀ ਜਿਹੜਾ ਉਹਨਾਂ ਦਾ ਕਮਾਂਡਰ ਸੀ ਉਹਨੂੰ ਮਾਰ ਦਿੱਤਾ। ਉਹਦੇ ਬਾਅਦ ਮੁਕੱਦਮਾ ਚੱਲਿਆ ਔਰ 3 ਸਿੱਖਾਂ ਨੂੰ ਫਾਂਸੀ ਦੀ ਸਜ਼ਾ ਹੋਈ।
ਜਿਨ੍ਹਾਂ ਨੂੰ ਲਾਹੌਰ ਦੇ ਵਿੱਚ ਫਾਂਸੀ ਦਿੱਤੀ ਗਈ। ਉਹਦਾ ਪੂਰਾ ਕੇਸ ਰਿਕਾਰਡ ਪੰਜਾਬੀ ਯੂਨੀਵਰਸਿਟੀ ਨੇ ਛਾਪਿਆ, ਪੰਜਾਬ ਐਂਡ ਪਾਸਟ ਐਂਡ ਪ੍ਰੈਜ਼ੈਂਟ ਵਿੱਚ। ਔਰ 9 ਨੂੰ ਜਿਹੜੀ ਸੀ ਉਮਰ ਕੈਦ ਹੋਈ। ਜਿਨ੍ਹਾਂ ਸਿੱਖਾਂ ਨੂੰ ਉਮਰ ਕੈਦ ਹੋਈ ਉਹਨਾਂ ਨੂੰ ਬਰੇਲੀ ਦੀ ਜੇਲ੍ਹ ਵਿੱਚ ਭੇਜਿਆ ਗਿਆ। ਪਰ ਬਾਅਦ ਵਿੱਚ ਗਵਰਨਰ ਨੇ ਲਿਖਿਆ ਗਵਰਨਰ ਜਨਰਲ ਨੂੰ ਕਿ ਇਹ ਬਰੇਲੀ ਹੈਗੇ ਆ ਜਿਹੜੇ ਸਿੱਖ, ਇਹ ਫਿਰ ਵੀ ਪੰਜਾਬ ਦੇ ਲਈ ਖਤਰਾ ਹੈ, ਇਸ ਕਰਕੇ ਇਹਨਾਂ ਨੂੰ ਫੋਰਟ ਵਿਲੀਅਮ ਭੇਜਿਆ ਜਾਏ। ਉਹਨਾਂ ਸਿੱਖਾਂ ਨੂੰ ਫੋਰਟ ਵਿਲੀਅਮ ਭੇਜ ਦਿੱਤਾ ਗਿਆ। ਪਰ ਉਸ ਦੇ ਬਾਅਦ ਵਾਇਸਰਾਏ ਵੱਲੋਂ ਇੱਕ ਪਲੇਟ ਦੇ ਉੱਤੇ ਲਿਖ ਕੇ ਲਗਾਇਆ ਗਿਆ ਕਿ ਕੋਈ ਵੀ ਫੌਜੀ ਜਾਂ ਕੋਈ ਅਹੁਦੇਦਾਰ ਜਿਹੜਾ ਹੈ ਉਹ ਬੂਟਾਂ ਸਣੇ ਇਸ ਦਰਬਾਰ ਸਾਹਿਬ ਦੇ ਅੰਦਰ ਨਹੀਂ ਐਂਟਰ ਕਰੇਗਾ। ਉਹ ਪਲੇਟ ਹਾਲੇ ਵੀ ਤੋਸ਼ੇਖਾਨੇ ਦੇ ਉੱਤੇ ਅੰਦਰ ਪਈ ਹੋਈ ਹੈ। ਸੋ ਇਹ ਸਾਰੀਆਂ ਜਿਹੜੀਆਂ ਇਹਦੀ ਮੁਖਤਸਰ ਬੜੇ ਸੰਖੇਪ ਵਿੱਚ ਸੀਗਾ। ਹਰਮੰਦਰ ਸਾਹਿਬ ਨੂੰ ਅਗਰ ਇੱਕ ਲਫ਼ਜ਼ ਵਿੱਚ ਕਹਿਣਾ ਹੋਏ ਤਾਂ ਇਹ ਹਰਮੰਦਰ ਸਾਹਿਬ ਬਣਾਇਆ ਗਿਆ ਇੱਕ ਸੁਨਹਿਰੀ ਜਿਲਦ ਹੈ, ਗੁਰੂ ਗ੍ਰੰਥ ਸਾਹਿਬ ਦੀ ਸੁਨਹਿਰੀ ਜਿਲਦ ਤਿਆਰ ਕੀਤੀ। ਇਹ ਗੁਰੂ ਗ੍ਰੰਥ ਸਾਹਿਬ ਰੱਖਣ ਲਈ ਹਜ਼ੂਰ ਨੇ ਹਰਮੰਦਰ ਦੀ ਸਥਾਪਨਾ ਕੀਤੀ, ਹਰਮੰਦਰ ਸਾਹਿਬ ਬਣਾਇਆ। ਔਰ ਜਿਸ ਨੂੰ ਇਹਦੀ ਵਜ੍ਹਾ ਕਰਕੇ ਹੀ ਕੀਰਤਨ, ਜਿਸ ਨੂੰ ਇਸਲਾਮ ਨੇ ਹਰਾਮ ਕਿਹਾ, ਸਭ ਨੂੰ ਸਾਂਝੀ ਵਾਲਤਾ, ਸਾਰਿਆਂ ਨੂੰ ਇੱਕ ਨਾਲ ਬਿਠਾਣਾ, ਜਿਹੜਾ ਮੁਗਲ ਬਾਦਸ਼ਾਹ ਨੂੰ ਉਹਨਾਂ ਨੂੰ ਮਨਜ਼ੂਰ ਨਹੀਂ ਸੀ। ਇਸ ਕਰਕੇ ਜਹਾਂਗੀਰ ਨੇ ਆਪਣੀ ਜਿਹੜੀ ਆਪਣੀ ਆਟੋਬਾਇਓਗ੍ਰਾਫੀ ਹੈ ਤੁਸਕੇ ਜਹਾਂਗੀਰੀ ਦੇ ਵਿੱਚ ਉਸਨੇ ਲਿਖਿਆ ਹੈ ਕਿ ਮੈਂ ਦੇਖ ਰਿਹਾ ਹਾਂ ਕੁਝ ਮੂਰਖ ਹਿੰਦੂ, ਕੁਝ ਹਿੰਦੂ ਇਸ ਦੇ ਮਗਰ ਲੱਗ ਗਏ ਹਨ। ਇਹ ਦੁਕਾਨੇ ਬਾਤਲ ਹੈ, ਇਹ ਝੂਠ ਦੀ ਦੁਕਾਨ ਹੈ, ਔਰ ਕੁਝ ਬੇਵਕੂਫ ਮੁਸਲਮਾਨ ਵੀ ਇਧਰ ਆ ਰਹੇ ਹਨ। ਇਸ ਕਰਕੇ ਮੈਂ ਇਹ ਨਿਸ਼ਚਾ ਕੀਤਾ ਹੈ ਕਿ ਇਸ ਦੁਕਾਨ ਨੂੰ ਮੈਂ ਪੱਕੇ ਤੌਰ ਦੇ ਉੱਤੇ ਬੰਦ ਕਰ ਦਿਆਂ। ਪਰ ਇਹ ਦੁਕਾਨ ਚੱਲ ਰਹੀ ਹੈ, ਚਲਦੀ ਰਹੇਗੀ, ਔਰ ਇਹਦੇ ਵਿੱਚ ਕੋਈ ਰੁਕਾਵਟ ਨਹੀਂ ਆਈ। ਇੱਕ ਗੱਲ ਜ਼ਰੂਰ ਹੈ, ਜਿਵੇਂ ਮੈਂ ਸ਼ੁਰੂ ਵਿੱਚ ਜ਼ਿਕਰ ਕੀਤਾ, ਹੁਣ ਤੱਕ ਉਹੀ ਸਿਲਸਿਲਾ ਜਾਰੀ ਹੈ ਦਰਬਾਰ ਸਾਹਿਬ ਦੀ ਵਿਰੋਧਤਾ ਦਾ, ਕਿਸੇ ਨਾ ਕਿਸੇ ਬਹਾਨੇ ਸਿੱਖਾਂ ਨੂੰ ਇਸ ਤੋਂ ਤੋੜਨ ਦਾ। ਲਿਖਤੀ ਤੌਰ ਦੇ ਉੱਤੇ ਦਇਆਨੰਦ ਨੇ ਲਿਖਿਆ ਸਤਿਆਰਥ ਪ੍ਰਕਾਸ਼ ਦੇ ਵਿੱਚ, ਇਹਦੀ ਕੋਈ ਖਾਸੀਅਤ ਨਹੀਂ ਹੈ, ਕੁਝ ਨਹੀਂ ਹੈ, ਇਹ ਲੋਕਾਂ ਨੇ ਬਣਾ ਲਿਆ ਔਰ ਇਸ ਦੇ ਕਰਦੇ ਹੈ। ਮਿਸ਼ਨਰੀ ਕਾਲਜਾਂ ਨੇ ਵੀ ਇਹੀ ਚੀਜ਼ਾਂ ਆਪਣੀਆਂ ਲਿਖਤਾਂ ਦੇ ਵਿੱਚ ਲਿਖੀਆਂ। ਉਹ ਇਸ ਨੂੰ ਸਰੋਵਰ ਨੂੰ ਹਰਮੰਦਰ ਸਾਹਿਬ ਕਹਿਣ ਨੂੰ ਵੀ ਤਿਆਰ ਨਹੀਂ ਹੈਗੇ। ਉਹ ਆਪਣੇ ਤਰੀਕੇ ਨਾਲ ਕਿ ਇਸ ਸਰੋਵਰ ਦੀ ਇੱਥੇ ਦੀ ਕੋਈ ਮਹਾਨਤਾ ਨਹੀਂ ਹੈ। ਮੈਂ ਸਿਰਫ ਇੱਕ ਦੋ ਚੀਜ਼ਾਂ ਬਹੁਤ ਤੇਜ਼ੀ ਦੇ ਵਿੱਚ, ਜਿਵੇਂ ਕਮਲ ਨੇ ਕਿਹਾ ਸੀ ਕਿ ਕੁਝ ਦਰਬਾਰ ਸਾਹਿਬ ਦੀਆਂ ਜਿਹੜੀਆਂ ਅੰਦਰੂਨੀ ਖਾਸੀਅਤ ਹੈ, ਸਭ ਤੋਂ ਪਹਿਲੀ ਕਿ ਇਹ ਦਰਬਾਰ ਹੈ, ਦਰਬਾਰੇ ਆਮ ਹੈ। ਬਾਦਸ਼ਾਹਾਂ ਦੇ ਵੀ ਦਰਬਾਰ ਹੁੰਦੇ ਸੀ, ਪਰ ਉਹਨਾਂ ਦਰਬਾਰਾਂ ਦੇ ਵਿੱਚ ਇਹ ਹੁੰਦਾ ਹੈ ਕਿ ਜਨਤਾ ਥੱਲੇ ਬੈਠੀ ਹੁੰਦੀ ਹੈ ਔਰ ਜਿਹੜਾ ਬਾਦਸ਼ਾਹ ਹੈ ਔਰ ਬੇਗਮਾਂ ਉੱਤੇ ਝਰੋਖੇ ਦੇ ਵਿੱਚ ਬੈਠ ਕੇ ਉਹ ਲੋਕਾਂ ਨੂੰ ਮਿਲਦੇ ਹਨ। ਪਰ ਇਹ ਐਸਾ ਦਰਬਾਰ ਗੁਰੂ ਸਾਹਿਬ ਨੇ ਬਣਾਇਆ, ਸੰਗਤ ਨੂੰ ਬਾਲਕਨੀਜ਼ ਦੇ ਵਿੱਚ ਬਿਠਾਇਆ, ਉੱਤੇ ਬਿਠਾਇਆ। ਗੁਰੂ ਸਾਹਿਬ ਜ਼ਮੀਨ ਦੇ ਉੱਤੇ ਆਸਨ ਲਗਾਇਆ, ਧਰਤੀ ਦੇ ਉੱਤੇ ਬੈਠੇ ਹੈ ਗੁਰੂ ਸਾਹਿਬ। ਔਰ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਨ ਲਈ ਮੰਜੀ ਸਾਹਿਬ ਦਿੱਤੀ ਗਈ ਹੈ। ਮੰਜੀ ਗ੍ਰਸਤੀਆਂ ਦਾ ਹੈ, ਕੋਈ ਸਿੰਘਾਸਨ ਤੇ ਬੈਠਦਾ ਹੈ, ਕੋਈ ਮ੍ਰਿਗਸ਼ਾਲਾ ਤੇ ਬੈਠਦਾ ਹੈ, ਕੋਈ ਸ਼ੇਰ ਦੀ ਖਲ ਤੇ ਬਹਿੰਦਾ ਹੈ, ਕੋਈ ਹਿਰਨ ਦੀ ਖਲ ਤੇ ਬਹਿੰਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਲਈ ਜਿਹੜਾ ਗੁਰੂ ਸਾਹਿਬ ਨੇ ਸਥਾਨ ਚੁਣਿਆ ਉਹ ਮੰਜੀ ਸਾਹਿਬ ਹੈ। ਮੰਜੀ ਗ੍ਰਸਤੀਆਂ ਦਾ ਸਥਾਨ ਹੈ। ਧਿਆਨ ਰੱਖਿਆ ਜਾਏ, ਮੰਜੀ ਬਕਾਇਦਾ ਪਾਵਿਆਂ ਵਾਲੀ ਉਸ ਤਰੀਕੇ ਦੀ ਹੁੰਦੀ ਹੈ, ਨਾ ਕਿ ਕੋਈ ਡੱਬਾ ਜਾਂ ਹੋਰ ਕਿਸੇ ਕਿਸਮ ਦਾ ਜਿਹੜਾ ਆਮ ਰਿਵਾਜ ਚੱਲ ਪਿਆ। ਤੀਸਰੀ ਚੀਜ਼, ਹਰਮੰਦਰ ਸਾਹਿਬ ਦੇ ਵਿੱਚ ਪਾਲਕੀ ਨਹੀਂ ਹੈ। ਪਾਲਕੀ ਇੱਕ ਸਵਾਰੀ ਹੁੰਦੀ ਹੈ। ਪਾਲਕੀ ਦੇ ਵਿੱਚ ਗੁਰੂ ਸਾਹਿਬ ਆਉਂਦੇ ਸੀ, ਪਾਲਕੀ ਦੇ ਵਿੱਚ ਆ ਕੇ ਬਾਹਰ ਰੁਕ ਜਾਂਦੇ ਸੀ। ਅੱਜ ਵੀ ਮਹਾਰਾਜ ਦੀ ਸਵਾਰੀ ਪਾਲਕੀ ਦੇ ਵਿੱਚ ਆਉਂਦੀ ਹੈ, ਦਰਵਾਜ਼ੇ ਦੇ ਉੱਤੇ ਪਾਲਕੀ ਰੁਕ ਜਾਂਦੀ ਹੈ। ਅੰਦਰ ਗ੍ਰੰਥੀ ਸਾਹਿਬ ਆਪਣੇ ਸੀਸ ਦੇ ਉੱਤੇ ਲੈ ਕੇ ਮੰਜੀ ਸਾਹਿਬ ਦੇ ਉੱਤੇ ਉਹਦਾ ਪ੍ਰਕਾਸ਼ ਕਰਦੇ ਆ। ਇਹ ਬੁਨਿਆਦੀ ਚੀਜ਼ਾਂ ਜਿਨ੍ਹਾਂ ਦਾ ਧਿਆਨ ਰੱਖਣ ਦੀ ਲੋੜ ਹੈ। ਫਿਰ ਉਹਦੇ ਬਾਅਦ ਜਿਹੜਾ ਰਾਗੀ ਹੈ, ਜਿਹੜਾ ਕੀਰਤਨੀਆ ਹੈ,
ਉਹ ਗੁਰੂ ਸਾਹਿਬ ਦੇ ਉਹਨਾਂ ਦੇ ਪੈਰਲਲ ਨਹੀਂ ਬੈਠਦੇ, ਬਰਾਬਰ ਨਹੀਂ ਬੈਠਦੇ, ਉਹ ਪਰਪੈਂਡੀਕੂਲਰ ਹੈ। ਤੁਸੀਂ ਧਿਆਨ ਦਿਓ, ਭਾਵੇਂ ਉਹ ਹਜ਼ੂਰ ਸਾਹਿਬ ਹੈ, ਪਟਨਾ ਸਾਹਿਬ ਹੈ, ਹਰਮੰਦਰ ਸਾਹਿਬ ਹੈ, ਕਿਧਰੇ ਵੀ ਹੈ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ 90 ਡਿਗਰੀ ਦੇ ਉੱਤੇ ਰਾਗੀ ਸਿੰਘ ਬਹਿੰਦੇ ਆ। ਪੁਰਾਤਨ ਇੱਕ ਲਿਖਤ ਹੈ ਕਿ ਭਾਈ ਮਰਦਾਨਾ ਜੀ ਨੂੰ ਗੁਰੂ ਸਾਹਿਬ ਨੇ ਕਿਹਾ ਮੇਰੇ ਨਾਲ ਗੋਡਾ ਜੋੜ ਕੇ ਬੈਠ। ਅੱਜ ਉਹ ਜਿਹੜਾ ਰਾਗੀ ਹੈ ਉਹ ਗੁਰੂ ਸਾਹਿਬ ਨੂੰ ਕੀਰਤਨ ਸਰਵਣ ਕਰਾ ਰਿਹਾ, ਦੇਖਣ ਚ ਆ ਰਿਹਾ। ਵੱਡੇ ਵੱਡੇ ਹਾਲ ਹੈ, 200-200 ਫੁੱਟ ਵੱਡੇ ਹਾਲ ਹੈ, ਗੁਰੂ ਗ੍ਰੰਥ ਸਾਹਿਬ ਦੇ ਪੈਰਲਲ ਬਰਾਬਰ ਜਿਹੜਾ ਉਹ ਪ੍ਰਕਾਸ਼ ਦੇ ਬਰਾਬਰ ਜਿਹੜਾ ਰਾਗੀ ਸਿੰਘਾਂ ਦਾ ਬਿਠਾ ਦਿੱਤਾ ਗਿਆ। ਸਟੇਜ ਬਣ ਗਈ ਹੈ, ਸੰਗਤ ਹੁੰਦੀ ਨਹੀਂ ਗੀ, ਉਹ ਕੁੜਦੇ ਹੈ ਕਿ ਜੀ ਸੰਗਤ ਨਹੀਂ ਆਈ। ਸੰਗਤ ਨੂੰ ਕੀਰਤਨ ਨਹੀਂ, ਗੁਰੂ ਸਾਹਿਬ ਨੂੰ ਕੀਰਤਨ ਸੁਣਾਉਣਾ ਸੀਗਾ। ਇਹ ਇੱਕ ਦੂਸਰੀ ਚੀਜ਼ ਹੈਗੀ ਹੈ। ਫਿਰ ਤੀਸਰੀ ਚੀਜ਼ ਹੈਗੀ ਹੈ ਕਿ ਹਰਮੰਦਰ ਸਾਹਿਬ ਦੀ ਜਿਹੜੀ ਬਣਤਰ ਹੈਗੀ ਹੈ, ਉੱਥੋਂ ਬੈਠਿਆ ਅਕਾਲ ਤਖਤ ਸਾਹਿਬ ਨਜ਼ਰ ਨਹੀਂ ਆਉਂਦਾ। ਅਕਾਲ ਤਖਤ ਸਾਹਿਬ ਬੈਠਿਆ ਹਰਮੰਦਰ ਸਾਹਿਬ ਨਜ਼ਰ ਆਏਗਾ, ਮਗਰ ਇੱਥੋਂ ਨਹੀਂ ਆਏਗਾ। ਇਹ ਸਥਾਨ ਸਰਵੋੱਚ ਸਥਾਨ ਹੈ ਔਰ ਇਸ ਦਾ ਗੁੰਬਦ ਜੋ ਹੈ ਤੁਸੀਂ ਦੇਖੋਗੇ ਉਹ ਬੈਠਵਾਂ ਹੈ ਔਰ ਉਹਦੇ ਤੇ ਕਮਲ ਦਾ ਫੁੱਲ ਪੁੱਠਾ ਹੈ। ਇਹ ਧਿਆਨ ਦੇਣਾ, ਕਮਲ ਦੇ ਫੁੱਲ ਵਿੱਚ ਲక్ష్ਮੀ ਨਿਵਾਸ ਕਰਦੀ ਹੈ, ਇੱਥੇ ਉਲਟਾ ਕਰ ਦਿੱਤਾ ਗਿਆ। ਇੱਥੇ ਕਮਲ ਦਾ ਫੁੱਲ ਪੁੱਠਾ ਹੈ, ਲక్ష్ਮੀ ਦੀ ਇੱਥੇ ਕੋਈ ਕਮੀ ਨਹੀਂ ਹੋਏਗੀ। ਫਿਰ ਹਰਮੰਦਰ ਸਾਹਿਬ ਦੇ ਅੰਦਰ, ਔਰ ਜਿਵੇਂ ਦਰਬਾਰ ਸਾਹਿਬ ਕਿਹਾ ਗਿਆ, ਆਮ ਭੁਲੇਖਾ ਪਾਇਆ ਜਾਂਦਾ ਕਿ ਗੁਰਦੁਆਰਿਆਂ ਦੀ ਮਰਿਆਦਾ, ਇੱਥੇ ਜੈਕਾਰਾ ਨਹੀਂ ਬੁਲਾਇਆ ਜਾਂਦਾ, ਇੱਥੇ ਕਥਾ ਨਹੀਂ ਕੀਤੀ ਜਾਂਦੀ, ਇੱਥੇ ਕੁਝ ਨਹੀਂ ਹੁੰਦਾ। ਇਹ ਦਰਬਾਰ ਹੈ। ਜਦੋਂ ਅਸੀਂ ਦਰਬਾਰ ਸਾਹਿਬ ਕਹਿੰਦੇ ਆ, ਦਰਬਾਰ ਦੇ ਵਿੱਚ ਜਦੋਂ ਹੁੰਦਾ ਹੈ, ਦਰਬਾਰ ਲੱਗ ਜਾਂਦਾ, ਲੋਕ ਬੈਠ ਜਾਂਦੇ ਹੈ, ਬਾਦਸ਼ਾਹ ਬਾਅਦ ਵਿੱਚ ਆਉਂਦਾ। ਤੁਸੀਂ ਦੇਖੋਗੇ ਸੰਗਤ ਜੁੜ ਜਾਂਦੀ ਹੈ, ਸਵੇਰੇ ਕੀਰਤਨ ਹੋਣਾ ਸ਼ੁਰੂ ਹੋ ਜਾਂਦਾ, ਸੰਗਤ ਜੁੜੀ ਹੁੰਦੀ ਹੈ, ਮਹਾਰਾਜ ਦੀ ਸਵਾਰੀ ਬਾਅਦ ਵਿੱਚ ਆਉਂਦੀ ਹੈ। ਫਿਰ ਜਦੋਂ ਬਾਅਦ ਵਿੱਚ ਆਉਂਦੀ ਹੈ, ਫਿਰ ਉਸ ਦੇ ਵਿੱਚ ਜਿਹੜੇ ਭੱਟਾਂ ਦੇ ਸਵਈਏ ਪੜੇ ਜਾਂਦੇ, ਜਿਹੜੀ ਪੁਰਾਣੀ ਪਰੰਪਰਾ ਸੀ, ਉਹ ਗੁਰੂ ਸਾਹਿਬ ਦੀ ਉਸਤਤ ਵਿੱਚ ਉਹ ਸਵਈਏ ਪੜਦੇ ਸੀ। ਉਹਦੇ ਬਾਅਦ ਗੁਰੂ ਸਾਹਿਬ ਹੁਕਮ ਕਰਦੇ ਸੀ, ਹੁਕਮਨਾਮਾ ਬਾਅਦ ਵਿੱਚ ਆਉਂਦਾ ਔਰ ਉਸ ਦੇ ਬਾਅਦ ਫਿਰ ਕੀਰਤਨ ਸ਼ੁਰੂ ਹੁੰਦਾ ਹੈ ਔਰ ਉਹਦੇ ਬਾਅਦ ਫਿਰ ਅਰਦਾਸਾਂ ਹੁੰਦੀਆਂ, ਬੇਨਤੀਆਂ ਹੁੰਦੀਆਂ, ਕੋਈ ਕਥਾ ਨਹੀਂ ਹੁੰਦੀ। ਇੱਥੇ ਕੇਵਲ ਗੁਰੂ ਦੀ ਉਸਤਤ ਹੋ ਸਕਦੀ ਹੈ, ਕੇਵਲ ਗੁਰੂ ਵੱਲੋਂ ਹੁਕਮ ਦਿੱਤਾ ਜਾ ਸਕਦਾ ਹੈ। ਜਦੋਂ ਕਥਾ ਔਰ ਵਿਆਖਿਆ ਹੋਏਗੀ, ਤੁਸੀਂ ਦੇਖੋਗੇ ਉਹ ਬੰਦਾ ਆਪਣੀ ਬੁੱਧੀ ਨਾਲ ਪਤਾ ਨਹੀਂ ਕਿੱਧਰ ਦਾ ਕਿਧਰੇ ਤੁਰ ਜਾਂਦਾ ਹੈ, ਉਹ ਕਈ ਗੱਲਾਂ ਕਰੀ ਜਾਂਦਾ ਹੈ ਜਿਹੜੀਆਂ ਜਾਇਜ਼ ਨਜਾਇਜ਼ ਕਰ ਜਾਂਦਾ ਹੈ। ਇੱਥੇ ਕਿਸੇ ਕਿਸਮ ਦੀ ਕੋਈ ਕਥਾ ਨਹੀਂ ਹੈ। ਹਰਮੰਦਰ ਸਾਹਿਬ ਕੇਵਲ ਇੱਕ ਅਕਾਲ ਪੁਰਖ ਦੀ ਉਸਤਤ ਦਾ ਉਹ ਸਥਾਨ ਜਿਹੜਾ ਗੁਰੂ ਸਾਹਿਬ ਨੇ ਬਣਾਇਆ। ਇੱਕ ਗੱਲ ਹੋਰ ਅਖੀਰ ਦੇ ਵਿੱਚ ਮੈਂ ਕਹਿਣੀ ਚਾਹਾਂਗਾ, 100 ਦਰ ਤੋਂ 100 ਘਰ ਤੱਕ ਦਾ ਸਫ਼ਰ ਹੈ ਸਿੱਖ ਦੀ ਜ਼ਿੰਦਗੀ ਦਾ। 100 ਦਰ ਤੋਂ 100 ਘਰ, ਇਹ 100 ਦਰ ਹੈ, ਇਹ ਗੁਰੂ ਦਾ ਦਰ ਹੈ। ਇਸ ਤੋਂ ਬਾਅਦ ਘਰ ਅਗਲਾ ਹੈ। ਇਸ ਦਰ ਤੋਂ ਲੰਘ ਕੇ ਨਿਰਾਕਾਰ ਤੱਕ ਪਹੁੰਚਣ ਲਈ ਕੁਝ ਆਕਾਰ ਸਿਰਜਣੇ ਪੈਂਦੇ ਹਨ। ਚੌਰ, ਗੁਰੂ ਗ੍ਰੰਥ ਸਾਹਿਬ, ਹਰਮੰਦਰ ਸਾਹਿਬ, ਪਾਲਕੀ, ਇਹ ਸਾਰੇ ਆਕਾਰ ਹੈ। ਇਹਨਾਂ ਆਕਾਰ ਦਾ ਮਕਸਦ ਜਿਹੜਾ ਹੈ ਉਹ ਨਿਰਾਕਾਰ ਤੱਕ ਪਹੁੰਚਣਾ ਹੈ। ਪਰ ਇੱਕ ਗੱਲ ਬੜੀ ਕਮਾਲ ਦੀ ਹੈ, ਤੁਸੀਂ ਕਦੀ ਵੇਖਣਾ, ਜਦੋਂ ਦਰਸ਼ਨੀ ਡਿਓੜੀ ਜਾਓਗੇ ਤਾਂ ਆਮ ਤੌਰ ਤੇ ਜਦੋਂ ਵੀ ਕੋਈ ਬੰਦਾ ਘਰ ਬਣਾਉਂਦਾ ਹੈ, ਕੋਈ ਦਰਵਾਜ਼ਾ ਲਗਾਉਂਦਾ ਹੈ, ਤਾਂ ਉਹਦੇ ਵਿੱਚ ਹੁੰਦਾ ਹੈ ਕਿ ਉਹ ਜਿਹੜਾ ਉਹਦਾ ਕੁੰਡਾ ਹੈ ਉਹ ਬਾਹਰਲੇ ਪਾਸੇ ਲੱਗਦਾ ਹੈ। ਹਰਮੰਦਰ ਸਾਹਿਬ ਦੇ ਦਰਸ਼ਨੀ ਡਿਓੜੀ ਦਾ ਕੁੰਡਾ ਅੰਦਰਲੇ ਪਾਸੇ ਹੈ, ਬਾਹਰ ਨਹੀਂ ਹੈ, ਅੰਦਰਲੇ ਪਾਸੇ ਹੈ। ਸੰਗਤ ਬਾਹਰ ਬੈਠੀ ਹੁੰਦੀ ਹੈ, ਇਹਦਾ ਮਤਲਬ ਹੈ ਘਰ ਦਾ ਮਾਲਕ ਅੰਦਰ ਹੈ। ਅਖੀਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਬਾਰੇ ਸਿੱਖਾਂ ਦੀ ਭਗਤ ਮਾਲਾ ਦੇ ਵਿੱਚ ਜ਼ਿਕਰ ਹੈ ਕਿ ਗੁਰੂ ਅਰਜਨ ਦੇਵ ਜੀ ਕੋਲ ਕੋਈ ਸਿੱਖ ਆਏ, ਕਹਿਣ ਲੱਗੇ ਜੀ ਬ੍ਰਾਹਮਣ ਬੜਾ ਤੰਗ ਕਰਦੇ ਹੈ ਕਿ ਤੁਸੀਂ ਐਡੀ ਵੱਡੀ ਗੰਗਾ ਛੱਡ ਕੇ ਤੁਸੀਂ ਇਸ ਛੱਪੜ ਵਿੱਚ ਨਹਾਣ ਜਾਂਦੇ ਹੋ। ਹਜ਼ੂਰ ਹੱਸ ਪਏ, ਭਗਤ ਮਾਲਾ 'ਚ ਲਿਖਿਆ। ਗੁਰੂ ਸਾਹਿਬ ਕਹਿਣ ਲੱਗੇ ਗੱਲ ਤਾਂ ਸਹੀ ਹੈ, ਪਰ ਇੱਕ ਗੱਲ ਦੇਖੋ ਕਿ ਗੰਗਾ ਤਾਂ ਆਪ ਭੱਜੀ ਜਾ ਰਹੀ ਹੈ, ਪੂਰੀ ਰਫ਼ਤਾਰ ਦੇ ਵਿੱਚ ਉਹ ਸਮੁੰਦਰ ਵਿੱਚ ਡੁੱਬਣ ਲਈ ਭੱਜੀ ਜਾ ਰਹੀ ਹੈ, ਤੁਹਾਨੂੰ ਵੀ ਲਿਜਾ ਕੇ ਡੁੱਬੇਗੀ। ਇਹ ਸਥਿਰਤਾ ਹੈ,
ਸਥਿਰਤਾ ਹੈ। ਕਈ ਵਾਰੀ ਕਿਹਾ ਜਾਂਦਾ ਹੈ ਕਿ ਇੱਕ ਕਿਸੇ ਮਿਸ਼ਨਰੀ ਨੇ ਹੀ ਕਿਸੇ ਨੇ ਲਿਖਿਆ, ਮੈਨੂੰ ਨਾਂ ਉਹਨਾਂ ਦਾ ਭੁੱਲ ਗਿਆ, ਤੇ ਬਾੜੀ, ਕਰਤਾਰ ਸਿੰਘ ਬਾੜੀ ਨੇ ਲਿਖਿਆ, ਕਹਿੰਦੇ ਜੀ ਕਿ ਪੰਡਤ ਨੇ ਮੈਨੂੰ ਕਿਹਾ ਜੇ ਗੰਗਾ ਦੇ ਘਾਟ ਤੇ ਜਾ ਕੇ ਇਸ਼ਨਾਨ ਦਾ ਫਾਇਦਾ ਨਹੀਂ ਤੇ ਇੱਥੇ ਕੀ ਫਾਇਦਾ ਹੈ। ਕਹਿੰਦੇ ਮੈਂ ਵੀ ਕਿਹਾ ਹਾਂ ਠੀਕ ਹੈ, ਤੇਰੀ ਗੱਲ ਸਹੀ ਹੈ, ਪਰ ਤੁਸੀਂ ਇੱਕ ਗੱਲ ਦੇਖੋ, ਜਦੋਂ ਤੁਸੀਂ ਉਹਨਾਂ ਸਥਾਨਾਂ ਤੇ ਜਾਂਦੇ ਹੋ ਉੱਥੇ ਵੱਖ-ਵੱਖ ਜ਼ਾਤਾਂ ਦੇ ਘਾਟ ਹੈ, ਵੱਖ-ਵੱਖ ਬਰਾਦਰੀਆਂ ਦੇ ਹੈ, ਵੱਖ-ਵੱਖ ਉੱਚੀ ਨੀਵੀਂ ਜਾਤ ਦਾ, ਕੋਈ ਕਿਸੇ ਦੂਜੀ ਜਾਤ ਦਾ ਨਹੀਂ ਜਾ ਸਕਦਾ। ਇਹਦਾ ਮਤਲਬ ਉਸ ਥਾਂ ਤੇ ਜਾ ਕੇ ਉਹ ਤੁਹਾਡਾ ਜਾਤ ਪਾਤ ਦਾ ਬੰਧਨ ਹੋਰ ਪਰਪੱਕ ਹੁੰਦਾ ਹੈ। ਪਰ ਇਸ ਥਾਂ ਦੇ ਉੱਤੇ ਕੋਈ ਕਿਸੇ ਨੂੰ ਨਹੀਂ ਰੋਕ ਸਕਦਾ ਕਿਹੜੀ ਜਾਤ ਦਾ ਹੈ, ਕਿਹੜੀ ਜਾਤ ਦਾ ਨਹੀਂ ਹੈ, ਕੌਣ ਹੈ। ਇਹ ਜਾਤ ਪਾਤ ਦਾ ਬੰਧਨ ਜਿਹੜਾ ਹੈ, ਇਹ ਪਹਿਲੀ ਗੱਲ ਜਦੋਂ ਇੱਥੇ ਇਸ਼ਨਾਨ ਕਰੇਗਾ ਉਹ ਜਾਤ ਪਾਤ ਦਾ ਬੰਧਨ ਟੁੱਟੇਗਾ, ਜਾਤ ਪਾਤ ਦਾ ਬੰਧਨ ਟੁੱਟੇਗਾ। ਇੱਕ ਪੰਗਤ ਵਿੱਚ ਬੈਠ ਕੇ ਉਹ ਸਾਰੀਆਂ ਗੱਲਾਂ ਜਿਹੜੀਆਂ ਊਚ ਨੀਚ ਦੀਆਂ ਉਹ ਦੂਰ ਹੁੰਦੀਆਂ। ਔਰ ਸਭ ਤੋਂ ਵੱਡੀ ਗੱਲ ਹੈਗੀ ਹੈ, ਇਸ ਸਥਾਨ ਦੇ ਉੱਤੇ ਆਉਣ ਦਾ ਮਕਸਦ ਇੱਕ ਹੈ, ਉਹਨੂੰ ਯਾਦ ਰੱਖਣਾ ਚਾਹੀਦਾ ਹੈ। ਇਸ ਸਥਾਨ ਤੇ ਉਹ ਲੋਕ ਆਏ, ਸਿੰਘ ਆਏ, ਜਿਹੜੇ ਤੁਰੇ ਹੈ ਇੱਥੇ ਪਹੁੰਚ ਨਹੀਂ ਸਕੇ, ਔਰ ਜਿਹੜੇ ਇੱਥੇ ਪਹੁੰਚ ਗਏ ਇੱਥੋਂ ਵਾਪਸ ਨਹੀਂ ਜਾ ਸਕੇ। ਸੋ ਜਦੋਂ ਮੌਕਾ ਮਿਲੇ ਇਹੀ ਪ੍ਰੇਰਨਾ, ਇਹੀ ਅਰਦਾਸ ਕਿ ਦੇਹੋ ਸਜਣਾ ਸੀਸੜੀਆ ਜੋ ਹੋਵੇ ਸਾਹਿਬ ਸਿਓ ਮੇਲ। ਸੋ ਮੇਰਾ ਖਿਆਲ ਹੈ ਬਹੁਤ ਛੋਟੇ ਜਿਹੇ ਲਫ਼ਜ਼ਾਂ 'ਚ ਔਰ ਕੋਈ ਖਾਸ ਵਿਸ਼ਾ ਵੀ ਨਾ ਹੋਏ ਤੇ ਇੰਨੀ ਇੱਕ ਇੰਟਰੋਡਕਸ਼ਨ ਜਿਹੜੀ ਮੈਂ ਦੇ ਸਕਿਆ। ਔਰ ਬਾਕੀ ਤੁਸੀਂ ਹੁਣ ਜ਼ਰੂਰ ਆਪਣੇ ਵਿਚਾਰ